ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ਼੍ਰੀ ਅਕਾਲ। ਦਾ ਰਣਜੀਤ ਸਿੱਧੂ ਸ਼ੋਅ ਦੇ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਇਸ ਸ਼ੋਅ ਦੇ ਵਿੱਚ ਸਾਡੇ ਪਾਸ ਵੱਖ-ਵੱਖ ਗੈਸਟ ਆਉਂਦੇ ਨੇ ਅਤੇ ਵੱਖ-ਵੱਖ ਵਿਸ਼ਿਆਂ 'ਤੇ ਜਾਂ ਕਰੰਟ ਇਸ਼ੂਜ਼ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਦਰਮਿਆਨ। ਅੱਜ ਸਾਡੇ ਗੈਸਟ ਨੇ, ਮੇਨ ਬੁਲਾਰੇ ਨੇ ਰਾਜ ਧਾਲੀਵਾਲ ਜੀ। ਧਾਲੀਵਾਲ ਸਾਹਿਬ, ਪ੍ਰੋਗਰਾਮ ਦੇ ਵਿੱਚ ਆਪ ਨੂੰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ। ਰਾਜ ਜੀ, ਅੱਜ ਆਪਾਂ ਜਿਹੜੀ ਹੈ ਜੀ ਕੋਸ਼ਿਸ਼ ਕਰਾਂਗੇ ਕਿ ਅੱਜ ਵੀ ਲੋਕਲ ਜਾਂ ਸਾਡੇ ਜਿਹੜੇ ਸੂਬੇ ਦੇ ਜਾਂ ਕੋਈ ਫੈਡਰਲ ਗੌਰਮੈਂਟ ਨਾਲ ਸੰਬੰਧਿਤ ਕੁਝ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਆਪਾਂ ਅੱਜ ਦੇ ਪ੍ਰੋਗਰਾਮ 'ਚ ਕਰਾਂਗੇ। ਅੱਜ ਜਿਹੜੀ ਸ਼ੁਰੂਆਤ ਮੈਂ ਕਰਨਾ ਚਾਹੁੰਦਾ ਜੀ ਉਹ ਜਿਹੜੀ ਕਿ ਨਾਰਥ ਈਸਟ ਕੈਲਗਰੀ ਨਾਲ ਸੰਬੰਧਿਤ ਵਿਸ਼ਾ ਹੈ ਜੀ ਕਿ ਕੁਛ ਮਹੀਨੇ ਪਹਿਲਾਂ ਬਹੁਤ ਵੱਡਾ ਇੱਕ ਜੀ ਕਹਿ ਸਕਦੇ ਹਾਂ ਕਿ ਤੂਫਾਨ ਆਇਆ ਜੀ। ਹੇਲ ਕਰਕੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਨਾਰਥ ਈਸਟ ਕੈਲਗਰੀ ਦੇ ਵਿੱਚ ਵਾਪਰਿਆ। ਲਗਭਗ ਅੰਦਾਜ਼ਾ ਹੈ ਜੀ ਕਿ ਲਗਭਗ 1 ਬਿਲੀਅਨ ਤੋਂ ਵੀ ਸ਼ਾਇਦ ਉੱਪਰ ਦਾ ਨੁਕਸਾਨ ਦੱਸਿਆ ਜਾਂਦਾ ਹੈ ਜੀ। ਉਸ ਸੰਬੰਧੀ ਜਿਹੜੀਆਂ ਨੇ ਜੀ ਲੋਕੀ ਕਾਫੀ ਦੁਖੀ ਨੇ, ਕਾਫੀ ਤੰਗ ਨੇ ਅਤੇ ਜਿਹੜੀਆਂ ਸਰਕਾਰਾਂ ਨੇ ਭਾਵੇਂ ਕਿ ਉਹ ਸਾਡੀ ਸਿਟੀ ਆਫ ਕੈਲਗਰੀ ਦੀ ਗੌਰਮੈਂਟ ਹੈ, ਚਾਹੇ ਜਿਹੜੀ ਅਲਬਰਟਾ ਗੌਰਮੈਂਟ ਹੈ, ਚਾਹੇ ਵਿਰੋਧੀ ਪਾਰਟੀ ਹੈ ਜੀ, ਉਹਨਾਂ ਵੱਲੋਂ ਵੱਖ-ਵੱਖ ਸਟੇਟਮੈਂਟਸ ਜਿਹੜੀਆਂ ਆ ਰਹੀਆਂ ਨੇ, ਵੱਖ-ਵੱਖ ਬਿਆਨ ਆ ਰਹੇ ਨੇ ਜਾਂ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਨੇ, ਆ ਕੇ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ। ਸੋ ਤੁਸੀਂ ਇਹ ਸਾਰਾ ਕੁਝ ਮੈਨੂੰ ਲੱਗਦਾ ਕਿ ਦੇਖਿਆ ਹੋਏਗਾ ਕਿ ਕੀ ਕੁਛ ਹੋਇਆ ਹੈ ਜੀ, ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਹਾਂਜੀ, ਨਹੀਂ ਬਿਲਕੁਲ। ਜੂਨ 13 ਨੂੰ ਇੱਕ ਜਿਹਨੂੰ ਆਪਾਂ ਕਹਿ ਸਕਦੇ ਹਿਲ ਸਟੋਰਮ ਆਇਆ ਸੀਗਾ ਜਿਹੜਾ 20-25 ਮਿੰਟ ਲਾਸਟ ਕੀਤਾ ਸੀਗਾ ਅਤੇ 20-25 ਮਿੰਟ ਦੇ ਵਿੱਚ ਹੀ ਬੜਾ ਡੈਮੇਜ ਹੋ ਗਿਆ ਜੀ। ਅਤੇ ਤੁਸੀਂ ਵੀ ਦੇਖਿਆ ਹੋਊਗਾ ਅਤੇ ਦੇਖਣ ਵਾਲਿਆਂ ਨੇ ਵੀ ਦੇਖਿਆ ਹੋਊਗਾ, ਨਾਰਥ ਈਸਟ 'ਚ ਆਪਾਂ ਸੈਡਲ ਰਿਜ, ਟੈਰਾਡੇਲ, ਸਵੈਨਾ, ਰੈਡਸਟੋਨ ਦੇਖੀਏ, ਸਕਾਈ ਵਿਊ ਦੇਖੀਏ ਤਾਂ ਡੈਮੇਜ ਬਹੁਤ ਹੋਇਆ। ਜਿਹੜੀਆਂ ਸਾਈਡਿੰਗਸ ਭੰਨੀਆਂ ਗਈਆਂ, ਜਿਹੜੀਆਂ ਰੂਫਸ ਨੇ ਉਹ ਭੰਨੀਆਂ ਗਈਆਂ ਅਤੇ ਹੋਰ ਬਹੁਤ ਡੈਮੇਜ ਹੋਇਆ ਜੀ। ਅਤੇ ਅਨਫੋਰਚੂਨੇਟ ਸੀਗਾ। ਅਤੇ ਖਾਸ ਕਰ ਅੱਜ ਕੱਲ੍ਹ ਦੇ ਟਾਈਮ ਜਦੋਂ ਅਸੀਂ ਪਹਿਲਾਂ ਹੀ ਆਲਰੇਡੀ ਜਿਹੜੇ ਸਾਡੇ ਸਿਟੀਜ਼ਨ ਸੀਗੇ ਉੱਥੋਂ ਦੇ ਉਹ ਕੋਵਿਡ ਨਾਲ ਡੀਲ ਕਰ ਰਹੇ ਸੀਗੇ ਅਤੇ ਉਹਦੇ ਉੱਤੋਂ ਇੱਦਾਂ ਦਾ ਡੈਮੇਜ ਹੋਇਆ, ਇਹ ਜਿਹਨੂੰ ਕਹਿ ਸਕਦੇ ਹਾਂ ਡਬਲ ਵਾਇਮੀ ਆਪਾਂ ਕਹਿ ਸਕਦੇ ਹਾਂ ਕਿ ਹੋਈ ਜੀ। ਅਤੇ ਉਸ ਤੋਂ ਬਾਅਦ ਲੱਗ ਰਿਹਾ ਸੀਗਾ ਕਿ ਕੋਈ ਨਾ ਕੋਈ ਅਸਿਸਟੈਂਸ ਜ਼ਰੂਰ ਆਊਗੀ, ਚਾਹੇ ਉਹ ਕਿਸੇ ਵੀ ਸਰਕਾਰ ਤੋਂ ਆਵੇ ਜੀ। ਤਾਂ ਸੁਭਾਵਿਕ ਹੀ ਹੁੰਦਾ ਵਾ ਕਿ ਪਹਿਲਾਂ ਅਸੀਂ ਸੋਚਦੇ ਹਾਂ ਕਿ ਸਾਡੀ ਜਿਹੜੀ ਫੈਡਰਲ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਕੋਈ ਅਸਿਸਟੈਂਸ ਦਊਗੀ, ਪਰ ਉਹ ਨਹੀਂ ਆਈ ਜੀ। ਪਰ ਉਹਦੇ ਬਾਵਜੂਦ ਵੀ ਮੈਨੂੰ ਇਹ ਲੱਗਿਆ, ਇਹ ਮੇਰਾ ਮੰਨਣਾ ਵਾ ਕਿ ਉਸ ਜਿਹੜਾ ਸਾਰਾ ਹੋਇਆ ਉਹਨੂੰ ਇੱਕ ਪੋਲੀਟੀਕਲ ਫੁੱਟਬਾਲ ਬਣਾ ਲਿਆ ਗਿਆ ਕਿ ਇੱਧਰੋਂ ਉੱਧਰ ਹਰ ਪਾਰਟੀ ਨੇ ਉਹਦੇ ਵਿੱਚੋਂ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਜੀ। ਅਤੇ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਸੀਗੀ ਉਹਨਾਂ ਨੇ ਤਾਂ ਸਾਫ਼ ਹੀ ਕਹਿ ਦਿੱਤਾ ਕਿ ਅਸੀਂ ਇਹਨੂੰ ਇੱਕ ਡਿਜ਼ਾਸਟਰ ਨਹੀਂ ਅਨਾਊਂਸ ਕਰਾਂਗੇ ਅਤੇ ਜਿਨ੍ਹਾਂ ਦੀ ਇੰਸ਼ੋਰੈਂਸ ਨਹੀਂ ਗੀ ਉਹਨਾਂ ਨੂੰ ਅਸੀਂ ਕਵਰ ਕਰਾਂਗੇ, ਪਰ ਉਹ ਵੀ ਜਿਹੜੇ ਫਲੱਡ ਡੈਮੇਜਸ ਉਹਦੇ ਉੱਤੇ, ਬਾਕੀ ਜਿਨ੍ਹਾਂ ਦੀ ਇੰਸ਼ੋਰੈਂਸ ਹੈਗੀ ਆ ਉਹਨਾਂ ਨੂੰ ਅਸੀਂ ਨਹੀਂ ਕੋਈ ਅਸਿਸਟੈਂਸ ਦੇਵਾਂਗੇ। ਅਤੇ ਉਸ ਤੋਂ ਬਾਅਦ ਸਿਟੀ ਆਫ ਕੈਲਗਰੀ ਨੇ ਵੀ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਹੱਥ ਪੱਲੇ ਮੈਨੂੰ ਲੱਗਦਾ ਕੁਛ ਜ਼ਿਆਦਾ ਹੈ ਨਹੀਂ ਸੀਗਾ, ਕਿਉਂਕਿ ਇੱਕ ਪਾਸੇ ਤਾਂ ਉਹ ਕਹਿੰਦੇ ਅਸੀਂ ਹੈਲਪ ਕਰਾਂਗੇ, ਸਾਡੇ ਕਾਉਂਸਲਰ, ਸਾਡੇ ਹੋਰ ਵੀ ਸਿਟੀ ਦੇ ਅਫੀਸ਼ੀਅਲਸ ਉੱਥੇ ਆਏ, ਉਹਨਾਂ ਨੇ ਦੌਰੇ ਵੀ ਕੀਤੇ, ਉਹ ਇਹ ਕਹਿੰਦੇ ਅਸੀਂ ਹੈਲਪ ਵੀ ਕਰਾਂਗੇ, ਪਰ ਦੂਜੇ ਪਾਸੇ ਆਰਨੀ ਇਹ ਹੈਗੀ ਆ ਕਿ ਨਾਲ ਹੀ ਉਹ ਜਿਹੜੇ ਪ੍ਰੋਪਰਟੀ ਟੈਕਸ ਵਧਾ ਰਹੇ ਨੇ। ਸੋ ਇੱਕ ਪਾਸੇ ਤਾਂ ਉਹ ਕਹਿੰਦੇ ਅਸੀਂ ਰਿਲੀਫ ਦੇਵਾਂਗੇ, ਦੂਜੇ ਪਾਸੇ ਉਹ ਬਰਡਨ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਸਿੱਧੂ ਸਾਹਿਬ, ਆਲਮੋਸਟ ਜਿਹੜਾ ਡੈਮੇਜ ਮੰਨਿਆ ਜਾ ਰਿਹਾ ਉਹ ਇਹ ਮੰਨਿਆ ਜਾ ਰਿਹਾ 1.2 ਬਿਲੀਅਨ ਤੋਂ ਉੱਤੇ। ਠੀਕ ਹੈ ਜੀ। ਅਤੇ ਹਾਂਜੀ, 4th ਲਾਰਜੈਸਟ ਨੈਚੁਰਲ ਡਿਜ਼ਾਸਟਰ ਮੰਨਿਆ ਜਾ ਰਿਹਾ ਕੈਨੇਡਾ ਦੀ ਹਿਸਟਰੀ ਦੇ ਵਿੱਚ। ਅਤੇ ਇਹਦੇ ਉੱਤੇ ਮੈਂ ਵੀ ਥੋੜ੍ਹਾ ਜਿਹਾ ਇੱਕ ਤੁਹਾਨੂੰ ਦੇਖਣ ਵਾਲਿਆਂ ਨੂੰ ਦੱਸ ਸਕਦਾ ਵਾਂ ਕਿ ਮੈਂ ਵੀ ਪ੍ਰਾਈਮ ਮਿਨਿਸਟਰ ਆਫਿਸ ਨੂੰ ਅਪਰੋਚ ਕੀਤੀ ਸੀਗੀ, ਕਿਉਂਕਿ ਜਦੋਂ ਸਾਡੇ ਆਪਣੇ ਬੈਕਯਾਰਡ ਦੇ ਵਿੱਚ, ਆਪਣੇ ਘਰ ਦੇ ਵਿੱਚ ਹੋਵੇ ਤਾਂ ਕਰਨਾ ਚਾਹੀਦਾ। ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਇਹ ਕਹੀ ਸੀਗੀ ਕਿ ਅਸੀਂ ਹੈਲਪ ਕਰਨ ਨੂੰ ਤਿਆਰ ਹਾਂ, ਪਰ ਪਹਿਲਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਇਹਨੂੰ ਡਿਜ਼ਾਸਟਰ ਅਨਾਊਂਸ ਕਰਨਾ ਪੈਣਾ ਵਾ। ਫੈਡਰਲ ਸਰਕਾਰ ਨੇ ਇੱਕ ਡਿਜ਼ਾਸਟਰ ਫਾਈਨੈਂਸ਼ੀਅਲ ਅਸਿਸਟੈਂਸ ਅਰੇਂਜਮੈਂਟ DFAA ਬਣਾਇਆ ਹੋਇਆ ਵਾ, ਜਿਹਦੇ ਥੱਲੇ ਉਹ ਅਸਿਸਟੈਂਸ ਪ੍ਰੋਵਾਈਡ ਕਰਦੇ ਨੇ, ਪਰ ਉਹ ਕਹਿੰਦੇ ਕਿ ਪਹਿਲਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਅਸਿਸਟੈਂਸ ਦੇਣੀ ਪੈਣੀ, ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਨਹੀਂ ਦਿੱਤੀ। ਅਤੇ ਇਸ ਕਰਕੇ ਇਹਨੂੰ ਥੋੜ੍ਹਾ ਜਿਹਾ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਮੈਂ ਉਹਨਾਂ ਨਾਲ ਅਪਰੋਚ ਕੀਤੀ, ਉਹਨਾਂ ਨੇ ਮੈਨੂੰ ਇਹੀ ਆਨਸਰ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਕੁਛ ਕਰ ਹੀ ਨਹੀਂ ਸਕਦੇ ਗੇ, ਕਿਉਂਕਿ ਜਦ ਤੱਕ ਪ੍ਰੋਵਿੰਸ਼ੀਅਲ ਗਵਰਨਮੈਂਟ ਡਿਜ਼ਾਸਟਰ ਨਹੀਂ ਅਨਾਊਂਸ ਕਰ ਸਕਦੀ ਸੀਗੀ ਅਤੇ ਅਸਿਸਟੈਂਸ ਨਹੀਂ ਦੇ ਸਕਦੀ ਸੀ ਅਤੇ ਕੁਛ ਹੋ ਵੀ ਨਹੀਂ ਸਕਦਾ ਸੀਗਾ। ਅਤੇ ਪਿੱਛੇ ਜੇ ਅਸੀਂ ਦੇਖਿਆ ਵੀ ਜਿਹੜੇ ਸਿਟੀ ਅਫੀਸ਼ੀਅਲਸ ਵੀ ਆਏ ਸੀਗੇ,
ਕਾਉਂਸਲਰ ਵਗੈਰਾ ਵੀ ਆਏ ਸੀਗੇ, ਪਰ ਜਿੱਦਾਂ ਮੈਂ ਕਿਹਾ ਕਿ ਉਹ ਤਾਂ ਕੋਈ ਲਾਭ ਤਾਂ ਹੋਣਾ ਨਹੀਂਗਾ, ਉਹ ਇੱਕ ਪੋਲੀਟੀਕਲ ਜਿੱਦਾਂ ਫੁੱਟਬਾਲ ਬਣ ਕੇ ਰਹਿ ਗਈ ਹੈ, ਉਹਦੇ 'ਚੋਂ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਗਈ ਮੈਂ ਹੈ। ਉਹੀ ਨੋਟ ਕਰ ਰਿਹਾ ਸੀ ਧਾਲੀਵਾਲ ਸਾਹਿਬ ਕਿ ਕਈ ਵਾਰ ਚਲੋ ਵਿਰੋਧੀ ਪਾਰਟੀ ਤਾਂ ਕੁਛ ਨਹੀਂ ਕਰ ਸਕਦੀ, ਵੱਖਰੇ ਵੱਖਰੇ ਪਿਛਲੇ ਕੁਛ ਮਹੀਨਿਆਂ ਵਿੱਚ ਜਾਂ ਕੁਛ ਹਫ਼ਤਿਆਂ 'ਚ ਕੁਛ ਈਵੈਂਟ ਜਿਹੜੇ ਨੇ ਆਰਗੇਨਾਈਜ਼ ਕੀਤੇ ਜਾਂਦੇ ਨੇ। ਕਦੀ ਉਹ NDP ਜਿਹੜੀ ਕਿ ਇਸ ਸਮੇਂ ਵਿਰੋਧੀ ਧਿਰ ਹੈ ਉਹਦੇ ਵੱਲੋਂ ਪ੍ਰੋਗਰਾਮ ਰੱਖ ਲਿਆ ਜਾਂਦਾ ਹੇਲ ਡੈਮੇਜ ਨੂੰ ਲੈ ਕੇ। ਕਈ ਵਾਰ ਜਿਹੜੇ ਆ ਜੀ ਜਿਹੜੀ ਸੱਤਾ ਦੇ ਵਿੱਚ ਹੈ UCP ਉਹਨਾਂ ਵੱਲੋਂ ਕੋਈ ਪ੍ਰੋਗਰਾਮ ਜਿਹੜਾ ਜੀ ਰੱਖ ਲਿਆ ਜਾਂਦਾ ਹੈ। ਪਿੱਛੇ ਜੇ ਸਾਡੇ ਮੇਅਰ ਸਾਹਿਬ ਨੇ ਇੱਕ ਈਵੈਂਟ ਰੱਖ ਲਿਆ ਸੀ। ਸੋ ਹਰ ਵਾਰੀ ਮੀਡੀਆ ਨੂੰ ਵੀ ਉਤਸੁਕਤਾ ਹੋ ਜਾਂਦੀ ਹੈ, ਜਿਹੜੇ ਨਾਰਥ ਈਸਟ ਦੇ ਵਿੱਚ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਦਾ ਇੰਨਾ ਨੁਕਸਾਨ ਹੋਇਆ, ਉਹ ਵੀ ਧਿਆਨ ਦੇ ਦਿੰਦੇ ਨੇ ਕਿ ਸ਼ਾਇਦ ਕੋਈ ਰਿਲੀਫ ਜਿਹੜਾ ਸਿਟੀ ਵੱਲੋਂ ਜਾਂ ਜਿਹੜਾ ਜੀ ਭਾਵੇਂ ਪ੍ਰਿੰਸ ਵੱਲੋਂ ਆਵੇ ਜਾਂ ਫੈਡਰਲ ਵੱਲੋਂ ਆਵੇ, ਪਰ ਕਿਸੇ ਵੱਲੋਂ ਵੀ ਕੋਈ ਇਸ ਤਰ੍ਹਾਂ ਦੀ ਅਨਾਊਂਸਮੈਂਟ ਵੱਡੀ ਜਿਹੜੀ ਹੈ ਵੱਡੇ ਪੱਧਰ 'ਤੇ ਨਹੀਂ ਕੀਤੀ ਜਾ ਰਹੀ। ਉਹ ਸਿਰਫ ਜਿਵੇਂ ਤੁਸੀਂ ਕਿਹਾ ਕਿ ਉਹਨੂੰ ਇਹ ਸਾਰੇ ਕੁਛ ਨੂੰ ਇੱਕ ਫੁੱਟਬਾਲ ਬਣਾ ਲਿਆ ਗਿਆ ਹੈ। ਸਾਰੇ ਮੈਨੂੰ ਲੱਗਦਾ ਕਿ ਮਾਈਲੇਜ ਲੈਣ ਦੀ ਸਿਰਫ ਕੋਸ਼ਿਸ਼ ਕਰ ਰਹੇ ਨੇ। ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਉਹ ਕਾਫੀ ਹੱਦ ਤੱਕ ਕਵਰ ਕਰ ਰਹੀਆਂ ਨੇ, ਪਰ ਉਹ ਵੀ ਕਈ ਲੋਕਾਂ ਨੂੰ ਬੜੀ ਮੁਸ਼ਕਿਲ ਆ ਰਹੀ ਹੈ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਨ ਦੀ, ਜਾਂ ਜਿਨ੍ਹਾਂ ਦੇ ਪਾਸ ਇੰਸ਼ੋਰੈਂਸ ਹੈ ਹੀ ਨਹੀਂ ਸੀ ਉਹਨਾਂ ਪਾਸ ਤੇ ਕੋਈ ਰਸਤਾ ਹੀ ਨਹੀਂ ਦਿਖ ਰਿਹਾ। ਸੋ ਇਹ ਸਾਰਾ ਕੁਝ ਡਰਾਮਾਬਾਜੀ ਹੋ ਰਹੀ ਹੈ ਜੀ। ਦੇਖੋ, ਇਹ ਮੇਰਾ ਓਪੀਨੀਅਨ ਆ ਕਿ I think there's a lack of leadership, ਹੈ ਨਾ। ਮਤਲਬ ਜੇ ਲੀਡਰਸ਼ਿਪ ਹੁੰਦੀ ਸਾਡੇ ਉਸ ਏਰੀਏ ਦੇ ਵਿੱਚ ਤਾਂ ਬਹੁਤ ਕੁਝ ਹੋ ਸਕਦਾ ਸੀਗਾ। ਸਿਰਫ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਵਰਡਸ ਦੇ ਨਾਲ ਗੱਲਾਂ ਕਰਕੇ ਡੋਂਟ ਜਸਟ ਟਾਕ, ਵਾਕ ਦਾ ਟਾਕ, ਹੈ ਨਾ। ਲੋਕਾਂ ਨੂੰ ਮਤਲਬ ਇੱਕ ਤਰੀਕੇ ਨਾਲ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਕਨਫਿਊਜ਼ ਕੀਤਾ ਜਾ ਰਿਹਾ ਕਿ ਅਸੀਂ ਐਂ ਕਰਾਂਗੇ ਉਹ ਕਰਾਂਗੇ, ਪਰ ਕਿਸੇ ਨੇ ਵੀ ਕੁਛ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਚਾਹੇ ਉਹ ਸਾਡੀ ਕਾਉਂਸਲ ਹੋਵੇ ਸਿਵਕ, ਤੇ ਚਾਹੇ ਉਹ ਪ੍ਰੋਵਿੰਸ਼ੀਅਲ ਹੋਵੇ, ਤੇ ਈਵਨ ਫੈਡਰਲ ਲੈਵਲ 'ਤੇ ਵੀ, ਕਿਉਂਕਿ ਫੈਡਰਲ ਲੈਵਲ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਜਦ ਤੱਕ ਅਸੀਂ ਉਹਨਾਂ ਨੂੰ ਅਪਰੋਚ ਨਹੀਂ ਕਰਦੇ, ਪਰ ਓਨਸ ਬਣਦਾ ਸੀਗਾ ਸਾਡੀ ਸਿਵਿਕ ਤੇ ਪ੍ਰੋਵਿੰਸ਼ੀਅਲ ਦੇ ਉੱਤੇ। ਕਿਸੇ ਨੇ ਕੁਛ ਨਹੀਂ ਕੀਤਾ, ਸਿਰਫ ਲੋਕਾਂ ਦੇ ਜਿੱਦਾਂ ਸੈਂਟੀਮੈਂਟਸ ਸੀਗੇ ਉਹਨਾਂ ਨੂੰ ਵਿਕਟਮਾਈਜ਼ ਕੀਤਾ ਗਿਆ, ਉਹਨਾਂ ਨੂੰ ਪੋਲੀਟੀਕਲ ਜਿੱਦਾਂ ਤੁਸੀਂ ਗੱਲ ਕੀਤੀ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਗਈ। ਅਪਰੋਚ ਤਾਂ ਇਹ ਚਾਹੀਦੀ ਸੀਗੀ ਕਿ ਇੱਕ ਕੋਹੇਸਿਵ ਪਲਾਨ ਬਣਾਇਆ ਜਾਂਦਾ। ਹਾਲਾਂਕਿ ਸਾਡੇ ਮੇਅਰ ਨੇ ਬਹੁਤ, ਉਹਨਾਂ ਨੇ ਲੈਟਰ ਵੀ ਲਿਖੀ ਵਿਚ ਇਜ਼ ਗੁੱਡ, ਪਰ ਕੋਈ ਇੱਕ ਪਲਾਨ ਬਣਾ ਕੇ ਨਹੀਂ ਦਿੱਤਾ ਗਿਆ ਕਿ ਇੱਦਾਂ ਅਸੀਂ ਕਰ ਸਕਦੇ ਹਾਂ। ਜਿੱਦਾਂ ਮੈਂ ਵੀ ਇੱਕ ਗੱਲ ਕੀਤੀ ਸੀਗੀ ਅਤੇ ਬਾਅਦ ਦੇ ਵਿੱਚ ਮੇਅਰ ਸਾਹਿਬ ਨੇ ਵੀ ਇਹ ਗੱਲ ਦੁਹਰਾਈ ਹੈ ਕਿ ਇੱਕ ਕੋਈ ਕ੍ਰੈਡਿਟ ਲਾਈਨ ਵੀ ਬਣਾਈ ਜਾ ਸਕਦੀ ਸੀਗੀ, ਚਾਹੇ ਪ੍ਰੋਵਿੰਸ਼ੀਅਲ ਲੈਵਲ ਤੋਂ ਬਣਾ ਦਿੱਤੀ ਜਾਂਦੀ ਜਾਂ ਫੈਡਰਲ ਲੈਵਲ ਤੋਂ, ਕਿ ਜਿਹਨੂੰ ਗੁੱਡ ਟਰਮਸ ਦੇ ਉੱਤੇ ਲੋਨ ਦਿੱਤਾ ਜਾ ਸਕਦਾ ਸੀ। ਖਾਸ ਕਰ ਜਿਹੜੇ ਸਾਡੇ ਡਿਡਕਟੇਬਲਸ ਨੇ, ਜਿਹੜੇ ਸਾਡੇ ਲੋਕਾਂ ਦੇ ਡੈਮੇਜ ਹੋਏ ਨੇ, ਉਹ ਡਿਡਕਟੇਬਲਸ ਨੂੰ ਕਵਰ ਕੀਤਾ ਜਾ ਸਕਦਾ, ਕਿਉਂਕਿ ਕੋਵਿਡ ਕਰਕੇ ਹੁਣ ਇੱਕ ਤਾਂ ਫੋਕਸ ਕੋਵਿਡ ਕਰਕੇ ਉੱਧਰ ਪਾਸੇ ਆ, ਦੂਜਾ ਇਹ ਹੋ ਗਿਆ ਵਾ। ਅਤੇ ਤੀਸਰੀ ਗੱਲ ਇਹ ਕਹੀ ਸੀਗੀ ਕਿ ਜਿਹੜੇ ਕਈ ਐਸੇ ਵੀ ਸੀਗੇ ਬੰਦੇ ਜਿਨ੍ਹਾਂ ਦੀ ਆਪਦੀ ਇੰਸ਼ੋਰੈਂਸ ਕਟਾ ਲਈ ਸੀਗੀ, ਘਰਾਂ ਦੀ ਜ਼ਿਆਦਾਤਰ ਕਾਰਾਂ ਦੀ, ਅਤੇ ਉਹਨਾਂ ਨੂੰ ਜ਼ਿਆਦਾ ਇਹਦਾ ਮਤਲਬ ਨੁਕਸਾਨ ਹੋਇਆ। ਅਤੇ ਕੋਹੇਸਿਵ ਪਲਾਨ ਲੈਕ ਕਰਦਾ ਸੀਗਾ। ਗੱਲਾਂ ਬਹੁਤ ਕੀਤੀਆਂ ਗਈਆਂ, ਚਾਹੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਕੀਤੀਆਂ। ਹਾਲਾਂਕਿ ਦੇਖੋ, ਜੇਸਨ ਕੈਨੀ ਹੁਣਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਉਹ ਇੱਕ ਇੰਸ਼ੋਰੈਂਸ ਕੰਪਨੀ ਬਣ ਕੇ ਕੰਮ ਨਹੀਂ ਕਰੂਗੀ, ਵਿਚ ਇਜ਼ ਓਕੇ, ਰਾਈਟ। ਉਹਨਾਂ ਦੀ ਗੱਲ ਜੇ ਅਸੀਂ ਲਈਏ ਵੀ ਉਹਨਾਂ ਨੇ ਕਿਹਾ ਵੀ ਇੰਸ਼ੋਰੈਂਸ ਹੈਗੀ ਆ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਚਾਹੀਦਾ ਸੀ ਕਿ ਜਿਹੜੀਆਂ ਸਾਡੀਆਂ, ਅੱਜ ਮੈਂ ਸੁਣ ਰਿਹਾ ਸੀਗਾ ਜਿਹੜੇ ਪ੍ਰੀਮੀਅਰ ਫੂਡ ਨੇ ਟਾਰੀਓ ਦੇ ਵਿੱਚ, ਉਹਨਾਂ ਨੇ ਬਹੁਤ ਸਖਤ ਵਰਡਸ ਦੇ ਵਿੱਚ ਇਹ ਗੱਲ ਕਹੀ ਕਿ ਮੈਂ ਬਿਲਕੁਲ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੂੰ ਬਿਲਕੁਲ ਐਡਵਾਂਟੇਜ ਨਹੀਂ ਲੈਣ ਦਊਂਗਾ ਸਾਡੇ ਸਿਟੀਜ਼ਨ ਦੀ। ਪਰ ਪ੍ਰੀਮੀਅਰ ਕੈਨੀ ਕਿਤੇ ਨਾ ਕਿਤੇ ਇੱਦਾਂ ਦਾ ਕੋਈ ਸਟਰੋਂਗ ਸਟੈਂਡ ਨਹੀਂ ਲੈ ਸਕੇ ਜਿੱਥੇ ਉਹਨਾਂ ਨੇ ਸਟਰੋਂਗ ਵਰਡਸ ਦੇ ਵਿੱਚ ਕਿਹਾ ਹੋਵੇ ਕਿ ਨੋ, ਮੇਰੇ ਸਿਟੀਜ਼ਨਸ ਪਹਿਲਾਂ ਨੇ ਤੇ ਮੈਂ ਸਟਰੋਂਗ ਸਟੈਂਡ ਲਊਂਗਾ। ਤੇ ਦੂਸਰੀ ਸਿਵਿਕ ਤਾਂ ਆਪਾਂ ਦੇਖ ਹੀ ਲਈ ਹੈ ਕਿ ਫੋਟੋ ਐਪਸ ਬਹੁਤ ਹੋਈਆਂ, ਸਾਡੇ ਕਾਉਂਸਲਰ ਆ ਗਏ, ਸਾਡੇ ਮੇਅਰ ਸਾਹਿਬ ਆ ਗਏ, ਫੋਟੋਆਂ ਖਿਚਾ ਕੇ ਚਲੇ ਗਏ, ਪਰ ਕੋਈ ਪਲਾਨ ਨਹੀਂ ਦੇ ਸਕੇ। ਸੋ ਜਿਹੜੀਆਂ ਤੁਹਾਡੀ ਗੱਲਬਾਤ ਜਿਹੜੇ ਨਾਰਥ ਈਸਟ ਦੇ ਰਹਿਣ ਵਾਲੇ ਨੇ ਉਹਨਾਂ ਨਾਲ ਹੁੰਦੀ ਰਹਿੰਦੀ ਹੋਏਗੀ। ਮੈਂ ਵੀ ਬਹੁਤ ਸਾਰੇ ਸੱਜਣਾਂ ਨੂੰ ਜਾਣਦਾ ਜਿਹੜੇ ਕਿ ਇਸ ਤੋਂ ਪ੍ਰਭਾਵਿਤ ਹੋਏ ਨੇ। ਪਹਿਲੀ ਗੱਲ ਤਾਂ ਜਿੰਨਾ ਨੁਕਸਾਨ ਹੋ ਗਿਆ ਜੀ, ਉਹ ਮੈਨੂੰ ਲੱਗਦਾ ਕਿ ਕਾਫੀ ਸਮਾਂ ਲੱਗ ਜਾਣਾ, 6 ਮਹੀਨੇ ਸਾਲ ਜਿਹੜਾ ਫਿਕਸ ਕਰਦਿਆਂ ਨੂੰ, ਰਿਪੇਅਰ ਕਰਦਿਆਂ ਨੂੰ। ਇਸ ਵਿੰਟਰ ਜਿਹੜੀ ਆਲਰੇਡੀ ਸਟਾਰਟ ਹੋ ਚੁੱਕੀ ਹੈ, ਸਨੋ ਸਟਾਰਟ ਹੋ ਚੁੱਕੀ ਹੈ, ਕਈਆਂ ਘਰਾਂ ਦੀ ਸਾਈਡਿੰਗ ਜਿਹੜੀ ਬਿਲਕੁਲ ਹੀ ਉੱਡ ਚੁੱਕੀ ਹੈ, ਛੱਤਾਂ ਬਹੁਤ ਜ਼ਿਆਦਾ ਡੈਮੇਜ ਨੇ, ਕਈਆਂ ਦੀਆਂ ਤੇ ਇਹ ਤੋਂ ਵੀ ਜ਼ਿਆਦਾ ਜੀ ਵਿੰਡੋਜ਼ ਵੀ ਜਿਹੜੀਆਂ ਨੇ ਟੁੱਟੀਆਂ ਹੋਈਆਂ ਨੇ। ਜੇਕਰ ਤੁਸੀਂ ਦੇਖਿਆ ਹੋਏਗਾ ਕਿ ਪਲਾਈ ਲਾ ਕੇ ਜਿਹੜੀਆਂ ਨੇ ਵਿੰਡੋ ਜਿਹੜੀਆਂ ਨੇ ਬੰਦ ਕੀਤੀਆਂ ਗਈਆਂ ਨੇ। ਇਸ ਠੰਡ ਦੇ ਦਰਮਿਆਨ ਕਾਫੀ ਤੰਗ ਵੀ ਹੋਣਗੇ ਲੋਕ। ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਸੀ ਕਿ ਕਿਸ ਤਰੀਕੇ ਨਾਲ ਅਸੀਂ ਰਿਲੀਫ ਜਿਹੜਾ ਕੁਇਕਲੀ
ਖੁਦ ਵੀ ਦਈਏ ਜਾਂ ਇੰਸ਼ੋਰੈਂਸ ਕੰਪਨੀਜ਼ ਤੋਂ ਵੀ ਦਵਾਈਏ, ਤਾਂ ਕਿ ਜਿਹੜਾ ਲੋਕ ਹੈ, ਕਿਉਂਕਿ ਹੁਣ ਜੂਨ ਦੇ ਵਿੱਚ ਡੈਮੇਜ ਹੋਇਆ ਪੂਰੀ ਗਰਮੀ ਦੇ ਵਿੱਚ ਜੀ, ਤੇ ਹੁਣ ਠੰਡ ਸ਼ੁਰੂ ਹੋ ਚੁੱਕੀ ਹੈ, ਅਕਤੂਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ, ਕੁਝ ਕੀਤਾ ਜਾ ਸਕਦਾ ਸੀ ਜੇਕਰ ਸਰਕਾਰਾਂ ਮਦਦ ਕਰਦੀਆਂ ਜੀ। ਹਾਂਜੀ ਬਿਲਕੁਲ, ਮੇਰੇ ਆਪਣੇ ਕਜ਼ਨਸ ਨੇ, ਮੇਰੇ ਫਰੈਂਡਸ ਨੇ, ਮੈਂ ਕਈਆਂ ਨੂੰ ਜਾਣਦਾ ਜਿਹੜੇ ਇਫੈਕਟ ਹੋਏ ਨੇ। ਜਿੱਦਾਂ ਤੁਸੀਂ ਕਿਹਾ ਕਿ ਠੰਡ ਆ ਰਹੀ ਆ, ਪਲਾਈਵੁੱਡਸ ਲਾਈਆਂ ਹੋਈਆਂ ਉਹਨਾਂ ਨੇ, ਤੇ ਕਈ ਘਰਾਂ ਦੇ ਵਿੱਚ ਜਿੱਦਾਂ ਕਹਿ ਰਹੇ ਆਪਾਂ ਕਹਿ ਸਕਦੇ ਹਾਂ ਕਿ ਪਲਾਈਵੁੱਡ ਨਾਲ ਠੰਡ ਤਾਂ ਰੁਕਣੀ ਨਹੀਂ ਰੁਕਣੀ ਜੀ, ਹੈ ਨਾ। ਜਿੱਦਾਂ ਹੁਣ ਦੇਖਣ ਨੂੰ ਵੀ ਬਹੁਤ ਬੁਰਾ ਲੱਗ ਰਿਹਾ ਹੈ, ਕਿਉਂਕਿ ਸਾਰਾ ਵਿਊ ਬਲੌਕ ਕੀਤੇ ਹੋਏ ਨੇ ਅੱਗੇ ਪਲਾਈਵੁੱਡ ਲਾ ਕੇ ਜਾਂ ਲੱਕੜਾਂ ਵਗੈਰਾ ਲਾ ਕੇ, ਜਾਂ ਕੋਈ ਪਲਾਸਟਿਕ ਹੀ ਕਈਆਂ ਨੇ ਅੱਗੇ ਕਵਰੇਜ ਕੀਤਾ ਹੋਇਆ ਜੀ। ਬਿਲਕੁਲ ਇੱਦਾਂ ਦੀ ਕੋਈ ਸਕੀਮ ਲਿਆਈ ਜਾ ਸਕਦੀ ਸੀਗੀ, ਚਾਹੇ ਪ੍ਰੋਵਿੰਸ਼ੀਅਲ ਲੈਵਲ ਤੇ ਹੁੰਦੀ, ਚਾਹੇ ਉਹ ਈਵਨ ਸਿਵਿਕ ਲੈਵਲ ਤੇ ਹੁੰਦੀ। ਸਿਵਿਕ ਲੈਵਲ ਤੇ ਵੀ ਕੀਤਾ ਜਾ ਸਕਦਾ ਸੀਗਾ ਕਿ ਕੋਈ ਇੱਦਾਂ ਦਾ ਪ੍ਰੋਗਰਾਮ ਬਣਾ ਦਿੰਦੇ ਜਿੱਥੇ ਉਹਨਾਂ ਨੂੰ ਸ਼ਾਇਦ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਟੈਕਸਿਸ ਨੇ ਸਾਡੇ ਘਰਾਂ ਦੇ ਟੈਕਸ ਉਹ ਡਿਫਰ ਕੀਤੇ ਜਾ ਸਕਦੇ ਸੀ, ਹੈ ਨਾ। ਖਾਸ ਕਰ ਇੱਕ ਪਾਸੇ ਤਾਂ ਬੜਾ ਸੁਣਨ 'ਚ ਆਇਆ ਵੀ ਜਿਹੜੇ ਸਾਡੇ ਕਾਉਂਸਲਰ ਆਏ ਉੱਥੇ, ਉਹਨਾਂ ਨੇ ਇਹ ਕਿਹਾ ਜੀ ਸਾਡੇ ਇਸ ਏਰੀਏ ਨਾਲ ਧੱਕਾ ਹੋ ਰਿਹਾ ਵਾ, ਇਸ ਏਰੀਏ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਵਾ, ਪਰ ਕਿਤੇ ਨਾ ਕਿਤੇ ਉਹਨਾਂ ਨੇ ਕੋਈ ਵੀ ਅਲਟਰਨੇਟਿਵ ਨਹੀਂ ਦਿੱਤਾ, ਕੋਈ ਵੀ ਸੋਲੂਸ਼ਨ ਨਹੀਂ ਦਿੱਤਾ। ਇਹ ਕਹਿ ਕੇ ਚਲੇ ਗਏ ਕਿ ਧੱਕਾ ਹੋ ਰਿਹਾ ਤਾਂ ਤੁਹਾਡਾ ਸੋਲੂਸ਼ਨ ਕੀ ਆ? ਸੋਲੂਸ਼ਨ, ਕਿਉਂਕਿ ਪਲੈਨਿੰਗ ਇਜ਼, ਜਿੱਦਾਂ ਇੱਕ ਪ੍ਰੈਜ਼ੀਡੈਂਟ ਹੁੰਦੇ ਸੀ ਅਮਰੀਕਾ ਦੇ, ਉਹਨਾਂ ਨੇ ਕਹੀ ਪਲੈਨਿੰਗ ਮੀਨਸ ਨਥਿੰਗ, ਪਲੈਨ ਮੀਨਸ ਐਵਰੀਥਿੰਗ। ਪਲੈਨ ਨਹੀਂ ਕੋਈ ਦਿੱਤਾ। ਪ੍ਰੋਵਿੰਸ਼ੀਅਲ ਸਰਕਾਰ ਵੀ ਕੁਝ ਕਰ ਸਕਦੀ ਸੀਗੀ, ਜਿੱਦਾਂ ਉਹ ਵੀ ਕੋਈ ਕ੍ਰੈਡਿਟ ਲਾਈਨ ਦੇ ਸਕਦੀ ਸੀਗੀ। ਜਿਹੜੇ ਵਿੰਟਰ ਮੰਥਸ ਨੇ ਤੁਸੀਂ ਕ੍ਰੈਡਿਟ ਲਾਈਨ ਲੈ ਲਵੋ, ਉਹਦੇ ਨਾਲ ਜਿਹੜੀਆਂ ਤੁਹਾਡੀਆਂ ਰਿਪੇਅਰਸ ਆ, ਇਮੀਡੀਏਟ ਰਿਪੇਅਰਸ ਉਹਨੂੰ ਕਵਰ ਕਰ ਲਓ, ਜਦ ਤੱਕ ਤੁਹਾਨੂੰ ਇੰਸ਼ੋਰੈਂਸ ਕੰਪਨੀ ਤੋਂ ਕੁਝ ਨਹੀਂ ਮਿਲ ਸਕਦਾ। ਜਦੋਂ ਤੱਕ ਮਿਲ ਗਿਆ ਉਸ ਤੋਂ ਬਾਅਦ ਤੁਸੀਂ ਕ੍ਰੈਡਿਟ ਲਾਈਨ ਪੇ ਕਰ ਸਕਦੇ ਹੋ, ਈਜ਼ੀ ਟਰਮਸ 'ਤੇ ਹੋ ਸਕਦੇ। ਬਿਲਕੁਲ ਸਟਰਗਲ ਕਿਹਨੇ ਕਰਨਾ? ਸਟਰਗਲ ਕਰਨਾ ਆਮ ਲੋਕਾਂ ਨੇ, ਜਿਹੜੇ ਉੱਥੇ ਰਹਿ ਰਹੇ ਨੇ, ਚਾਹੇ ਉਹ ਸਵੈਨਾ 'ਚ ਰਹਿ ਰਹੇ ਨੇ, ਚਾਹੇ ਉਹ ਸੈਡਲ ਰਿਜ ਦੇ ਵਿੱਚ ਰਹਿ ਰਹੇ ਨੇ। ਪਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹਨੂੰ ਇੱਕ ਪੋਲੀਟੀਕਲ ਫੁੱਟਬਾਲ ਬਣਾ ਲਿਆ ਗਿਆ, ਚਾਹੇ ਉਹ ਸਿਵਿਕ ਸਾਡੇ ਪੋਲੀਟੀਸ਼ੀਅਨ ਨੇ, ਸਾਡੇ ਕਾਉਂਸਲਰ ਨੇ, ਚਾਹੇ ਉਹ ਸਾਡੇ MLAs ਨੇ, ਚਾਹੇ ਉਹ ਆਪੋਜੀਸ਼ਨ ਦੇ ਨੇ। ਕਿਸੇ ਨੇ ਇਹ ਨਹੀਂ ਸੋਚਿਆ ਕਿ ਅਸਲੀ ਲੋਕ ਜਿਹੜੇ ਵਿਕਟਮ ਨੇ ਉਹਨਾਂ ਬਾਰੇ, ਕਿ ਉਹਨਾਂ ਨੂੰ ਅਸੀਂ ਕਿੱਦਾਂ ਹੈਲਪ ਦੇਣੀ ਹੈ। ਇੱਕ ਤਾਂ ਜਿਹੜਾ ਇਸ਼ੂ ਹੈ ਜੀ ਕਿ ਜਿਹੜੇ ਲੋਕਾਂ ਕੋਲ ਇੰਸ਼ੋਰੈਂਸ ਹੈ ਹੀ ਨਹੀਂ ਸੀਗੀ, ਉਹਨਾਂ ਨੂੰ ਤਾਂ ਮੈਨੂੰ ਲੱਗਦਾ ਕਿ ਇਸ ਟਾਈਮ ਕੋਈ ਰਸਤਾ ਦਿਖ ਹੀ ਨਹੀਂ ਰਿਹਾ ਹੋਏਗਾ ਕਿ ਕਿੱਥੋਂ ਜਿਹੜੀ ਆ ਉਹ ਹੈਲਪ ਲੈਣ। ਦੂਸਰਾ ਜਿਹੜਾ ਲੋਕਾਂ ਦਾ ਬਹੁਤ ਵੱਡਾ ਵਿਸ਼ਾ ਹੈ ਕਿ ਉਹ ਆਪਣੀ ਡੀਲਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੰਸ਼ੋਰੈਂਸ ਕੰਪਨੀਆਂ ਨਾਲ, ਅਤੇ ਉਹ ਜਿੰਨਾ ਡੈਮੇਜ ਉਹ ਮੰਗ ਰਹੇ ਨੇ ਉਹਨਾਂ ਇੰਸ਼ੋਰੈਂਸ ਕੰਪਨੀਆਂ ਵੱਲੋਂ ਨਹੀਂ ਦਿੱਤਾ ਜਾ ਰਿਹਾ। ਜੇਕਰ ਉਹ ਇੰਸ਼ੋਰੈਂਸ ਕੰਪਨੀਆਂ ਨੂੰ ਰਿਪੇਅਰ ਕਰਨ ਲਈ ਕਹਿ ਰਹੇ ਨੇ ਤਾਂ ਵੇਟਿੰਗ ਟਾਈਮ ਜਿਹੜਾ ਹੈ ਬਹੁਤ ਲੰਬਾ ਹੈ। ਅਤੇ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇੰਨਾ ਘਰ ਬੁਰੀ ਤਰ੍ਹਾਂ ਡੈਮੇਜ ਹੋਵੇ ਤਾਂ ਉਹਦੇ ਵਿੱਚ ਜੇਕਰ 6 ਮਹੀਨੇ, ਸਾਲ, 1.5 ਸਾਲ ਡਿੱਗਣਾ ਪਵੇ ਕਿਸੇ ਨੂੰ, ਉਹ ਰਹਿਣਾ ਵੈਸੇ ਔਖਾ ਹੋ ਜਾਂਦਾ ਹੈ। ਅਤੇ ਉਸ ਚੱਕਰ ਦੇ ਵਿੱਚ ਬਹੁਤ ਸਾਰੇ ਟ੍ਰੇਡਮੈਨ ਸਾਡੇ ਜਿਹੜੇ ਨੇ ਉਹ ਕੈਲਗਰੀ ਦੇ ਬਿਜ਼ੀ ਹੋਏ ਨੇ। ਪਰ ਮੈਨੂੰ ਡੈਮੇਜ ਦੇਖ ਕੇ ਲੱਗਦਾ ਹੁੰਦਾ ਧਾਲੀਵਾਲ ਸਾਹਿਬ ਕਿ ਸ਼ਾਇਦ ਸਾਨੂੰ ਬਾਕੀ ਬਾਹਰਲੇ ਸ਼ਹਿਰਾਂ ਤੋਂ ਟ੍ਰੇਡਮੈਨ ਜਿਹੜੇ ਨੇ ਉਹ ਚਾਹੀਦੇ ਨੇ ਇੱਥੇ ਆਉਣ, ਅਤੇ ਸਰਕਾਰਾਂ ਜੇਕਰ ਉਹਦੇ ਵਿੱਚ ਵੀ ਕੋਈ ਰਿਆਇਤ ਕਰ ਦੇਣ ਜਾਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਦੇਣ। ਟ੍ਰੇਡਮੈਨ ਜਿਹੜੇ ਬਾਹਰੋਂ BC ਤੋਂ ਨੇ ਜਾਂ ਅੰਟਾਰੀਓ ਤੋਂ ਨੇ, ਸੈਸਕਾਟੂਨ ਤੋਂ, ਸਸਕੈਚੁਅਨ ਤੋਂ ਜੇਕਰ ਆ ਸਕਦੇ ਨੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਕਿ ਕੁਇਕਲੀ ਉਹ ਟ੍ਰੇਡਮੈਨ ਆ ਕੇ ਇੱਥੇ ਦੇ ਲੋਕਾਂ ਦੀ ਹੈਲਪ ਕਰ ਜਾਣ ਜੀ। ਨਹੀਂ, ਵੈਰੀ ਗੁੱਡ ਪੁਆਇੰਟ। ਅਤੇ ਖਾਸ ਕਰ ਅੱਜ ਕੱਲ੍ਹ ਕੋਵਿਡ ਦੇ ਟਾਈਮ ਦੇ ਵਿੱਚ ਜਦੋਂ ਸਾਡੀ ਇਕੋਨਮੀ ਸਟਰਗਲ ਕਰ ਰਹੀ ਆ, ਆਪਾਂ ਬਾਹਰ ਦੀ ਗੱਲ ਛੱਡੀਏ, ਜਿਹੜੇ ਸਾਡੇ ਲੋਕਲ ਟ੍ਰੇਡਸਮੈਨ ਨੇ, ਅਸੀਂ ਉਹਨਾਂ ਨੂੰ ਹੀ ਕੋਈ ਐਸੇ ਇਨਸੈਂਟਿਵ ਦਈਏ ਜਿਹਦੇ ਨਾਲ ਕੰਮ ਵੀ ਛੇਤੀ ਹੋਵੇ। ਨਾਟ ਓਨਲੀ ਦੈਟ, ਜੌਬ ਕ੍ਰੀਏਸ਼ਨ ਹੋ ਸਕਦੀ ਸੀ। ਅਨਫੋਰਚੂਨੇਟ ਆ ਕਿ ਇੱਦਾਂ ਦੀ ਜੌਬ ਕ੍ਰੀਏਸ਼ਨ ਮਤਲਬ ਜੇ ਹੇਲ ਡੈਮੇਜ ਹੋਇਆ ਉਹਦੇ ਕਰਕੇ ਹੋਵੇ, ਪਰ ਚਲੋ ਜੇਕਰ ਹੁਣ ਕੁਦਰਤੀ ਡੈਮੇਜ ਤਾਂ ਹੋ ਹੀ ਗਿਆ ਜੀ, ਹੁਣ ਜੌਬਸ ਤਾਂ ਕ੍ਰੀਏਟ ਕਰਨੀਆਂ ਪੈਣਗੀਆਂ। ਹਾਂਜੀ ਬਿਲਕੁਲ, ਅਤੇ ਇਹ ਇਨਸੈਂਟਿਵ ਸੀਗਾ। ਫਿਰ ਮੈਂ ਉਹੀ ਗੱਲ ਕਹਿ ਰਿਹਾ ਕਿ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟਸ ਦੇ ਕੋਲ ਅਤੇ ਸਾਡੀ ਲੋਕਲ ਮਿਊਨਿਸਪੈਲਿਟੀ ਜਿਹੜੀ ਗਵਰਨਮੈਂਟ ਆ ਉਹਨਾਂ ਕੋਲ ਵੀ ਇਨਸੈਂਟਿਵ ਸੀਗਾ। ਕੋਈ ਨਾ ਕੋਈ ਸਕੀਮ ਲਿਆ ਸਕਦੇ ਸੀਗੇ ਜਿਹਦੇ ਨਾਲ ਜੌਬ ਕ੍ਰੀਏਸ਼ਨ ਵੀ ਹੁੰਦੀ ਅਤੇ ਜਿਹੜੇ ਡੈਮੇਜ ਲੋਕਾਂ ਦਾ ਡੈਮੇਜ ਹੋਇਆ ਵਾ ਉਹ ਵੀ ਕਵਰ ਹੋ ਜਾਂਦਾ। ਅਤੇ ਉਹਦੇ ਨਾਲ ਜਿੱਦਾਂ ਤੁਸੀਂ ਕਿਹਾ ਕਿ ਵਿੰਟਰ ਦੇ ਵਿੱਚ ਹੁਣ ਠੰਡ ਆ ਰਹੀ ਆ, ਸਨੋ ਪੈ ਚੁੱਕੀ ਆ ਕੈਲਗਰੀ ਦੇ ਵਿੱਚ, ਅਤੇ ਕਿਤੇ ਨਾ ਕਿਤੇ ਉਹ ਜਿਹੜੇ ਲੋਕ ਸਟਰਗਲ ਕਰਨੀ ਆ ਹੁਣ ਉਹਨਾਂ ਨੇ, ਅਨਫੋਰਚੂਨੇਟਲੀ ਉਹ ਨਾ ਹੁੰਦੀ। ਅਤੇ ਓਪਰਚੁਨਿਟੀ ਸੀਗੀ, ਪਰ ਫਿਰ ਮੈਂ ਉਹੀ ਕਹਿ ਰਿਹਾ ਕਿ ਫੇਲ ਹੋ ਗਈ ਸਾਡੀਆਂ ਗਵਰਨਮੈਂਟਸ, ਚਾਹੇ ਉਹ ਮਿਊਨਿਸਪਲ ਗਵਰਨਮੈਂਟ ਸੀਗੀ, ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਸੀਗੀ। ਅਤੇ ਇੱਥੋਂ ਤੱਕ ਇਹ ਬਣਦਾ ਸੀਗਾ ਕਿ ਫੈਡਰਲ ਗਵਰਨਮੈਂਟ ਨੇ ਹੁਣ ਇੰਨੇ ਪ੍ਰੋਗਰਾਮ ਲਾਂਚ ਕੀਤੇ ਨੇ, ਰੋਲ ਆਊਟ ਕੀਤੇ ਨੇ, ਕਿਤੇ ਨਾ ਕਿਤੇ ਇੱਕ ਹੋਰ ਅਸੀਂ ਐਡਵਾਂਟੇਜ ਲੈ ਸਕਦੇ ਸੀਗੇ ਕਿ ਜਿਹੜੀ ਗ੍ਰੀਨ ਇਨਫਰਾਸਟਰਕਚਰ ਆ ਉਹਨੂੰ ਵੀ ਲਿਆਇਆ ਜਾ ਸਕਦਾ ਸੀਗਾ ਕਿ ਕਈ ਜਿਨ੍ਹਾਂ ਦੀ ਛੱਤ ਡੈਮੇਜ ਹੋ ਗਈ ਜਾਂ ਵਿੰਡੋਜ਼ ਡੈਮੇਜ ਹੋ ਗਈਆਂ, ਕਿਤੇ ਨਾ ਕਿਤੇ ਸ਼ਾਇਦ ਜਿਹੜੇ ਗ੍ਰੀਨ ਇਨਫਰਾਸਟਰਕਚਰ ਦੇ ਪ੍ਰੋਗਰਾਮ ਨੇ ਫੈਡਰਲ ਦੇ, ਉਹਨਾਂ ਦੇ ਵਿੱਚੋਂ ਐਡਵਾਂਟੇਜ ਲੈ ਕੇ ਉਹ ਵੀ ਲਿਆਈਆਂ ਜਾ ਸਕਦੀਆਂ। ਪਰ ਇਟਸ ਜਿਹਨੂੰ ਅਸੀਂ ਕਹਿ ਸਕਦੇ, ਮੈਂ ਕਹਿੰਦਾ ਵਾਂ ਕਿ ਓਵਰਆਲ ਟੋਟਲ ਫੇਲੀਅਰ
ਸਾਡੇ ਪ੍ਰੋਵਿੰਸ਼ੀਅਲ ਸਰਕਾਰ ਦਾ ਤੇ ਸਾਡੀ ਜਿਹੜੀ ਸਿਵਿਕ ਸਰਕਾਰ ਦਾ। ਥੋੜਾ ਜਿਹਾ ਕੁਐਸਚਨ ਪੋਲੀਟੀਕਲ ਹੈ ਜੀ ਮੇਰਾ, ਵੈਸੇ ਤਾਂ ਆਪਾਂ ਸਰਕਾਰਾਂ ਦੀ ਗੱਲਬਾਤ ਕਰ ਰਹੇ ਹਾਂ। ਇਹ ਤੁਸੀਂ ਵੀ ਜਾਣਦੇ ਹੋ ਕਿ ਅਲਬਰਟਾ ਜਿਹੜਾ ਸੂਬਾ ਹੈ ਇਹਦੇ ਵਿੱਚੋਂ ਲਿਬਰਲ ਪਾਰਟੀ ਨੂੰ ਸੀਟਾਂ ਬਹੁਤ ਘੱਟ ਮਿਲਦੀਆਂ ਨੇ। ਜਦੋਂ ਪਿਛਲੀ ਇਲੈਕਸ਼ਨ ਹੋਈ ਸੀ ਤਾਂ 4 ਰਿਪਰੈਜ਼ੈਂਟੇਟਿਵ ਇੱਥੋਂ ਗਏ ਸੀਗੇ, ਪਰ ਜਿਹੜੀ ਲਾਸਟ ਇਲੈਕਸ਼ਨ ਹੋਈ ਹੈ ਕੋਈ ਵੀ ਲਿਬਰਲ ਦਾ ਜਿਹੜਾ ਮੈਂਬਰ ਪਾਰਲੀਮੈਂਟ ਜਿਹੜਾ ਇੱਥੋਂ ਨਹੀਂ ਜਿੱਤ ਸਕਿਆ। ਤੁਹਾਨੂੰ ਕੀ ਲੱਗਦਾ ਹੈ ਕਿ ਸ਼ਾਇਦ ਇਸ ਦਾ ਕੋਈ ਨੁਕਸਾਨ ਹੋ ਰਿਹਾ ਹੈ ਅਲਬਰਟਾ ਵਾਸੀਆਂ ਨੂੰ ਜਾਂ ਨਾਰਥ ਈਸਟ ਵਾਸੀਆਂ ਨੂੰ ਕਿ ਸਿਟੀ ਆਫ ਕੈਲਗਰੀ ਮਿਊਨਿਸਪਲ ਜਿਹੜੀ ਗੌਰਮੈਂਟ ਉਹ ਤਾਂ ਕੁਛ ਨਹੀਂ ਕਰ ਰਹੀ, ਪ੍ਰੋਵਿੰਸ਼ੀਅਲ ਗੌਰਮੈਂਟ ਵੀ ਫਿਲਹਾਲ ਕੋਈ ਐਲਾਨ ਨਹੀਂ ਕਰ ਰਹੀ, ਤੇ ਫੈਡਰਲ ਗੌਰਮੈਂਟ ਤੱਕ ਅਪਰੋਚ ਜਿਹੜੀ ਹੈ ਪ੍ਰੋਪਰ ਨਹੀਂ ਹੋ ਰਹੀ ਕਿਉਂਕਿ ਕੋਈ ਵੀ ਜਿਹੜੀ ਸੱਤਾ ਵਾਲੀ ਲਿਬਰਲ ਪਾਰਟੀ ਹੈ ਉਸ ਦਾ ਕੋਈ ਵੀ ਮੈਂਬਰ ਪਾਰਲੀਮੈਂਟ ਇੱਥੋਂ ਕੈਲਗਰੀ ਤੋਂ ਜਾਂ ਅਲਬਰਟਾ ਤੋਂ ਨਹੀਂ ਹੈ, ਤੇ ਉਹ ਜਿਹੜਾ ਕਮਿਊਨੀਕੇਸ਼ਨ ਗੈਪ ਤਾਂ ਨਹੀਂ ਹੋ ਰਿਹਾ ਜੀ ਫੈਡਰਲ ਗੌਰਮੈਂਟ ਨਾਲ? ਹਾਂਜੀ, ਇਟਸ ਅ ਗੁੱਡ ਪੁਆਇੰਟ, ਪਰ ਜਿੱਥੋਂ ਤੱਕ ਮੇਰਾ ਓਪੀਨੀਅਨ ਹੈਗਾ ਵਾ ਜਿਹੜੀ ਸਾਡੀ ਫੈਡਰਲ ਗਵਰਨਮੈਂਟ ਆ, ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ ਜੀ, ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਵੀ ਸਾਰੇ ਕੈਨੇਡੀਅਨਸ ਇਕੁਅਲ ਨੇ ਉਹਨਾਂ ਲਈ, ਚਾਹੇ ਕੋਈ ਈਸਟ 'ਚੋਂ ਆ ਚਾਹੇ ਕੋਈ ਵੈਸਟ 'ਚੋਂ ਆ। ਜਦੋਂ ਪ੍ਰੋਗਰਾਮ ਰੋਲ ਆਊਟ ਕਰਦੇ ਆ ਉਹ ਇਹ ਨਹੀਂ ਦੇਖਦੇ ਕਿ ਇਹਨਾਂ ਲੋਕਾਂ ਨੇ ਮੇਰੇ ਲਈ ਵੋਟ ਪਾਈ ਸੀ ਕਿ ਨਹੀਂ, ਦੇ ਟਰੀਟ ਕੈਨੇਡੀਅਨਸ ਐਸ ਕੈਨੇਡੀਅਨਸ। ਐਂਡ ਖਾਸ ਕਰ ਜਿਹੜੀ ਸਾਡੀ ਲਿਬਰਲ ਗਵਰਨਮੈਂਟ ਆ, ਜਸਟਿਨ ਟਰੂਡੋ ਉਹਨਾਂ ਨੇ ਕਿਹਾ ਸੀਗਾ ਹਮੇਸ਼ਾ ਕਿ ਕੈਨੇਡੀਅਨ ਇਜ਼ ਅ ਕੈਨੇਡੀਅਨ ਇਜ਼ ਅ ਕੈਨੇਡੀਅਨ। ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਤੇ ਹਾਂਜੀ, ਪਰ ਕਿਤੇ ਨਾ ਕਿਤੇ ਇੱਕ ਜਿਹਨੂੰ ਕਹਿ ਸਕਦੇ ਹਾਂ ਹਮੇਸ਼ਾ ਦੇਖੋ ਕੁਝ ਪ੍ਰੋਟੋਕੋਲਸ ਹੁੰਦੇ ਨੇ, ਕੁਝ ਗਾਈਡਲਾਈਨਸ ਹੁੰਦੀਆਂ ਨੇ, ਉਹਦੇ ਹਿਸਾਬ ਨਾਲ ਮੈਨੂੰ ਨਹੀਂ ਪਤਾ ਵੀ ਕਿਉਂਕਿ ਮੈਂ ਸਰਕਾਰ ਦੇਖੀ ਨਹੀਂ ਕਿੱਦਾਂ ਵਰਕ ਕਰਦੀ ਆ, ਤੇ ਕੁਝ ਗਾਈਡਲਾਈਨਸ ਹੁੰਦੀਆਂ, ਪਰ ਹਮੇਸ਼ਾ ਇਹ ਕਹਿ ਲੈਣਾ ਕਿ ਵਿਕਟਿਮਾਈਜੇਸ਼ਨ ਅਸੀਂ ਆਪਣੇ ਆਪ ਨੂੰ ਕਰੀਏ ਉਹ ਵੀ ਗਲਤ ਗੱਲ ਆ। ਬਿਲਕੁਲ ਜੇ ਸਾਡਾ ਕੋਈ ਨੁਮਾਇੰਦਾ ਸਰਕਾਰ ਦਾ ਹਿੱਸਾ ਹੁੰਦਾ ਨਾਰਥ ਈਸਟ ਵਿੱਚੋਂ ਸ਼ਾਇਦ ਕਿ ਕੋਈ ਸੋਲੂਸ਼ਨ ਵਧੀਆ ਨਿਕਲ ਸਕਦਾ, ਕਿਉਂਕਿ ਕਮਿਊਨੀਕੇਸ਼ਨ ਤੇ ਜ਼ਰੂਰੀ ਹੈ ਨਾ ਜੀ। ਦੇਖੋ ਸਾਡੇ ਮੈਂਬਰ ਪਾਰਲੀਮੈਂਟ ਤਾਂ ਹਨ, ਪਰ ਉਹ ਜਾ ਕੇ ਉਹ ਵੀ ਵੈਸੇ ਤਾਂ ਪਾਰਲੀਮੈਂਟ ਦੇ ਵਿੱਚ ਗੱਲਬਾਤ ਕਰ ਸਕਦੇ ਨੇ, ਪਰ ਸਰਕਾਰ, ਮੈਂ ਵੈਸੇ ਹੀ ਗੱਲ ਕਰ ਰਿਹਾ ਕਿ ਇਹ ਕਾਰਨ ਤਾਂ ਨਹੀਂ ਹੈ ਕਿ ਫੈਡਰਲ ਗੌਰਮੈਂਟ ਜਿਹੜੀ ਹੈ, ਕਿਉਂਕਿ ਕਮਿਊਨੀਕੇਸ਼ਨ ਤਾਂ ਕਿਤੇ ਨਾ ਕਿਤੇ ਚਾਹੀਦਾ ਹੀ ਹੈ ਨਾ। ਇਹ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਮਾਂ ਵੀ ਜਿਹੜੀ ਹੈ ਜਦੋਂ ਤੱਕ ਦੁੱਧ ਨਹੀਂ ਦਿੰਦੀ ਜਦ ਤੱਕ ਬੱਚਾ ਰੋਵੇ ਨਾ, ਤੇ ਜੇਕਰ ਪਤਾ ਹੀ ਨਹੀਂ ਲੱਗੇਗਾ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਨਹੀਂ ਪਹੁੰਚੇਗੀ ਕਿ ਕੰਟਰੀ ਦੇ ਇਸ ਹਿੱਸੇ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਹ ਸਰਕਾਰ ਕਿਸ ਤਰੀਕੇ ਨਾਲ ਆ ਕੇ ਸੁਣੇਗੀ ਜੀ? ਨਹੀਂ, ਵੈਲਿਡ ਪੁਆਇੰਟ ਹੈ। ਜਿੱਦਾਂ ਮੈਂ ਤੁਹਾਨੂੰ ਕਿਹਾ, ਮੈਂ ਪ੍ਰਾਈਮ ਮਿਨਿਸਟਰ ਆਫਿਸ ਨੂੰ ਮੈਂ ਪਰਸਨਲ ਲੈਵਲ ਤੇ ਲੈਟਰ ਲਿਖੀ ਸੀ ਜੀ, ਤੇ ਉਹਨਾਂ ਨੇ ਮੈਨੂੰ ਆਨਸਰ ਇਹੀ ਦਿੱਤਾ ਸੀਗਾ ਕਿ ਵੀ ਆਰ ਰੈਡੀ ਟੂ ਹੈਲਪ, ਪਰ ਉਹ ਕਹਿੰਦੇ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਪਹਿਲਾਂ ਇਹਨੂੰ ਡਿਜ਼ਾਸਟਰ ਅਨਾਉਂਸ ਕਰਨਾ ਪੈਣਾ। ਦੂਸਰੀ ਗੱਲ ਤੁਸੀਂ ਕਹੀ ਬਿਲਕੁਲ, ਜੇ ਸਾਡਾ ਨੁਮਾਇੰਦਾ ਕੋਈ ਕਾਕਸ ਟੇਬਲ ਤੇ ਹੈਗਾ ਉਹਦੇ ਫਾਇਦਾ ਤਾਂ ਸਾਨੂੰ ਹੋਣਾ ਹੀ ਆ, ਕਿਉਂਕਿ ਉਹ ਨੁਮਾਇੰਦਾ ਬੋਲ ਸਕਦਾ ਸਾਡੇ ਲਈ ਕਿ ਆਹ ਇਸ਼ੂਜ਼ ਨੇ, ਮਤਲਬ ਸਾਡੀਆਂ ਡਿਫਿਕਲਟੀਜ਼ ਨੇ, ਸੋ ਉਹਦਾ ਫਾਇਦਾ ਤਾਂ ਹੁੰਦਾ ਬਿਲਕੁਲ ਜੀ। ਤੇ ਜੇ ਸਾਡੀ ਨੁਮਾਇੰਦਗੀ ਸਰਕਾਰ ਦੇ ਵਿੱਚ ਹੋਊਗੀ, ਉਹ ਚਾਹੇ ਕਿਤੇ ਵੀ ਵਰਲਡ ਦੇ ਵਿੱਚ ਹੋਵੇ, ਤੇ ਸਰਕਾਰ ਸੁਣਦੀ ਹੈ ਉਸ ਗੱਲ ਨੂੰ ਜੀ। ਪੰਜਾਬੀ ਨੈਸ਼ਨਲ ਟੀਵੀ ਤੇ ਦ ਰਣਜੀਤ ਸਿੱਧੂ ਸ਼ੋਅ ਦੇ ਵਿੱਚ ਇਸ ਸਮੇਂ ਤੁਸੀਂ ਸ਼ਾਮਲ ਹੋ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਰਾਜ ਧਾਲੀਵਾਲ ਜੀ ਨਾਲ। ਹੇਲ ਡੈਮੇਜ ਦੇ ਉੱਤੇ ਅਸੀਂ ਇਹਨਾਂ ਦੇ ਵਿਚਾਰ ਜਾਣ ਰਹੇ ਹਾਂ। ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਪਰਤਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਤੇ ਇਸ ਸਮੇਂ ਦਾ ਰਣਜੀਤ ਸਿੱਧੂ ਸ਼ੋਅ ਦੇ ਵਿੱਚ ਤੁਸੀਂ ਸ਼ਾਮਲ ਹੋ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਰਾਜ ਧਾਲੀਵਾਲ ਜੀ ਨਾਲ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਹੇਲ ਡੈਮੇਜ ਬਾਰੇ ਅਸੀਂ ਗੱਲਬਾਤ ਕੀਤੀ ਜੋ ਨਾਰਥ ਈਸਟ ਕੈਲਗਰੀ ਵਿੱਚ ਵਾਪਰਿਆ, ਅਤੇ ਹੁਣ ਇੱਕ ਡਿਫਰੈਂਟ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਰਾਜ ਜੀ, ਇੱਕ ਵਾਰ ਫਿਰ ਜੀ ਆਇਆਂ ਨੂੰ ਜੀ। ਥੈਂਕ ਯੂ ਜੀ। ਆਪਾਂ ਹੇਲ ਡੈਮੇਜ ਦੇ ਉੱਤੇ ਕਾਫੀ ਗੱਲਬਾਤ ਕਰ ਲਈ ਹੈ ਜੀ। ਆਉਣ ਵਾਲੇ ਦਿਨਾਂ 'ਚ ਫਿਰ ਕੋਸ਼ਿਸ਼ ਕਰਾਂਗੇ ਕਿ ਜੇਕਰ ਕੋਈ ਅਪਡੇਟਸ ਹੋਈ ਤਾਂ ਹੇਲ ਡੈਮੇਜ ਦੇ ਉੱਤੇ ਆਪਾਂ ਲੈ ਕੇ ਆਪਣੇ ਦਰਸ਼ਕਾਂ ਲਈ ਹਾਜ਼ਰ ਹੋਵਾਂਗੇ। ਥੋੜ੍ਹੀ ਜਿਹੀ ਗੱਲਬਾਤ ਹੁਣ ਮੈਂ ਆਪ ਤੋਂ ਜਾਣਨਾ ਚਾਹਾਂਗਾ ਜੀ, ਫੈਡਰਲ ਜਿਹੜਾ ਪੋਲਿਟਿਕਸ ਹੈ ਉਸ ਦੇ ਬਾਰੇ। ਮਾਈਨੋਰਿਟੀ ਗੌਰਮੈਂਟ ਤਾਂ ਹੈ ਹੀ ਲਿਬਰਲ ਪਾਰਟੀ ਦੀ, ਬਲਾਕ ਕਿਊਬਿਕਵਾ, NDP ਜਾਂ ਕੰਜ਼ਰਵੇਟਿਵ ਪਾਰਟੀ ਜਿਹੜੀਆਂ ਨੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਮਰਥਨ ਵੀ ਕਰ ਰਹੀਆਂ ਨੇ, ਤੇ ਕਿਸੇ ਨਾ ਕਿਸੇ ਤਰੀਕੇ ਦਾ ਸਰਕਾਰ ਦਾ ਵਿਰੋਧ ਵੀ ਕਰ ਰਹੀਆਂ ਨੇ। ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਸਰਗਰਮੀਆਂ ਹੋਈਆਂ। ਇਸ ਤਰ੍ਹਾਂ ਵੀ ਲੱਗਣ ਲੱਗ ਪਿਆ ਸੀ ਕਿ ਸ਼ਾਇਦ ਇਹ ਮਾਈਨੋਰਿਟੀ ਗੌਰਮੈਂਟ ਡਿੱਗ ਸਕਦੀ ਹੈ ਤੇ ਦੁਬਾਰਾ ਚੋਣਾਂ ਹੋ ਸਕਦੀਆਂ ਨੇ ਕੈਨੇਡਾ ਦੇ ਵਿੱਚ। ਜੋ ਕੁਝ ਹੋਇਆ, ਕੀ ਕਹਿਣਾ ਚਾਹੋਗੇ ਉਸ ਦੇ ਬਾਰੇ? ਹਾਂਜੀ, ਜਿੱਦਾਂ ਆਪਾਂ ਦੇਖਿਆ ਵਾ ਕਿ ਜਿਹੜਾ ਵੈਨਸਡੇ ਨੂੰ ਇੱਕ ਮੋਸ਼ਨ ਲਿਆਂਦਾ ਗਿਆ ਸੀਗਾ ਕੰਜ਼ਰਵੇਟਿਵ ਵੱਲੋਂ, ਤੇ ਉਹ ਮੋਸ਼ਨ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਮੋਸ਼ਨ ਦਾ ਉਹਨਾਂ ਨੇ ਨਾਂ ਹੀ ਰੱਖਿਆ ਸੀਗਾ ਕਿ ਐਂਟੀ ਕਰਪਸ਼ਨ ਕਮੇਟੀ ਬਣਾਉਣਾ ਚਾਹੁੰਦੇ ਆ ਜੀ, ਤੇ ਉਹਨੂੰ ਫੈਡਰਲ ਜਿਹੜੀ ਲਿਬਰਲ ਗਵਰਨਮੈਂਟ ਆ ਉਹਨੇ ਬਿਲਕੁਲ ਉਹਨੂੰ ਜਿਹਨੂੰ ਕਹਿ ਸਕਦੇ ਆ ਕਿ ਅਪੋਜ਼ ਕੀਤਾ।
ਕਿਉਂਕਿ ਪਹਿਲਾਂ ਹੀ ਫੈਡਰਲ ਲਿਬਰਲ ਗਵਰਨਮੈਂਟ ਇਹ ਕਹਿ ਰਹੀ ਸੀਗੀ ਕਿ ਇੱਕ ਸਪੈਸ਼ਲ ਕਮੇਟੀ ਬਣਾਈ ਜਾਵੇ ਜਿਹੜੀ ਕੋਵਿਡ ਦੀਆਂ ਜਿੰਨੀ ਵੀ ਸਪੈਂਡਿੰਗ ਹੋਈ ਆ ਉਹਨੂੰ ਰਿਵਿਊ ਕੀਤਾ ਜਾਵੇ ਜੀ। ਪਰ ਕੰਜ਼ਰਵੇਟਿਵ ਆਪੋਜੀਸ਼ਨ ਨੇ ਉਹਨੂੰ ਇੱਕ ਐਂਟੀ ਕਰਪਸ਼ਨ ਦਾ ਨਾਂ ਦੇ ਕੇ ਪ੍ਰੈਜ਼ੈਂਟ ਕੀਤਾ ਜੀ। ਤੇ ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਥੋਂ ਇਹ ਲੱਗ ਰਿਹਾ ਵਾ ਕਿ ਜਿੱਦਾਂ ਅਸੀਂ ਕੋਵਿਡ ਨਾਲ ਡੀਲ ਕਰ ਰਹੇ ਹਾਂ ਉਹ ਜਿੰਨੀ ਵੀ ਸਟ੍ਰੈਟਜੀ ਆ ਉਹਦੇ ਵਿੱਚ ਕੰਜ਼ਰਵੇਟਿਵ ਦਾ ਕੋਈ ਕੌਨਫੀਡੈਂਸ ਨਹੀਂਗਾ ਜੀ। ਤੇ ਉਹਨਾਂ ਨੇ ਕਿਹਾ ਕਿ ਓਕੇ ਜੇ ਤੁਹਾਡਾ ਕੌਨਫੀਡੈਂਸ ਨਹੀਂ ਤਾਂ ਮੇਬੀ ਇਹਨੂੰ ਅਸੀਂ ਕੌਨਫੀਡੈਂਸ ਵੋਟ ਬਣਾ ਦਈਏ। ਤੇ ਉਸ ਦੇ ਉੱਤੇ ਬਲਾਕ ਕਵੈਕਵਾ ਦੇ ਲੀਡਰ ਨੇ ਕਿਹਾ ਕਿ ਬਿਲਕੁਲ ਅਸੀਂ ਕੌਨਫੀਡੈਂਸ ਇਹਨੂੰ ਵੋਟ ਮੰਨਦੇ ਆ ਤੇ ਅਸੀਂ ਵੋਟ ਵੀ ਉਦਾਂ ਹੀ ਪਾਵਾਂਗੇ। ਤੇ ਉਹਦੇ ਉੱਤੇ ਵੈਂਸਡੇ ਨੂੰ ਵੋਟਿੰਗ ਹੋਈ ਜੀ। ਉਹਦੇ ਵਿੱਚ ਖਾਸ ਕਰਕੇ ਕੰਜ਼ਰਵੇਟਿਵ ਨੇ ਐਕਚੁਅਲੀ 2 ਅਮੈਂਡਮੈਂਟਸ ਲਿਆਂਦੀਆਂ, ਆਪੇ ਅਮੈਂਡਮੈਂਟਸ ਲਿਆਂਦੀਆਂ। ਪਹਿਲੀ ਅਮੈਂਡਮੈਂਟ ਇਹ ਸੀਗੀ ਕਿ ਉਹਨਾਂ ਨੇ ਕਮੇਟੀ ਦਾ ਨਾਮ ਬਦਲ ਕੇ ਐਂਟੀ ਕਰਪਸ਼ਨ ਤੋਂ ਇਹ ਰੱਖ ਦਿੱਤਾ ਕਿ ਜਿੰਨੀ ਵੀ ਸਪੈਂਡਿੰਗ ਹੋਈ ਆ ਉਹਦਾ ਰਿਵਿਊ ਕੀਤਾ ਜਾਵੇ ਉਹ ਕਮੇਟੀ। ਤੇ ਸੈਕੰਡਲੀ ਉਹਨਾਂ ਨੇ ਇਹ ਬਣਾ ਦਿੱਤਾ ਕਿ ਇਹਦੇ ਉੱਤੇ ਜਿਹੜੀ ਇਹ ਕਮੇਟੀ ਦੇ ਮੋਸ਼ਨ ਦੇ ਉੱਤੇ ਵੋਟ ਹੋਊਗੀ ਉਹਦੇ ਨਾਲ ਇਲੈਕਸ਼ਨ ਟ੍ਰਿਗਰ ਨਹੀਂ ਹੋਊਗੀ। ਪਰ ਜਿੱਦਾਂ ਆਪਣੇ ਕੈਨੇਡਾ ਦੇ ਸਟੈਟਿਊਟਸ ਨੇ ਉਹਦਾ ਕੋਈ ਅਸਰ ਨਹੀਂ ਸੀਗਾ। ਗਵਰਨਮੈਂਟ ਆਪੇ ਹੀ ਕਹਿ ਸਕਦੀ ਸੀਗੀ ਕਿ ਇਹ ਨੌਨ ਕੌਨਫੀਡੈਂਸ ਜਾਂ ਕੌਨਫੀਡੈਂਸ ਮੋਸ਼ਨ ਸੀ। ਐਨੀਵੇਜ਼ ਕੱਲ੍ਹ ਉੱਤੇ ਵੋਟਿੰਗ ਹੋਈ, 180 ਉਹਦੇ ਅਗੇਂਸਟ ਵੋਟਾਂ ਪਈਆਂ ਜੀ ਤੇ 146 ਉਹਦੇ ਹੱਕ 'ਚ ਪਈਆਂ ਤੇ ਉਹ ਮੋਸ਼ਨ ਫੇਲ ਹੋ ਗਿਆ ਤੇ ਗਵਰਨਮੈਂਟ ਜਿੱਦਾਂ ਆਪਾਂ ਕਹਿ ਸਕਦੇ ਹਾਂ ਸਰਵਾਈਵ ਕਰ ਗਈ ਜੀ। ਉਹਦੇ ਵਿੱਚ ਬੜੀ ਇੱਕ ਤਾਂ ਗੱਲ ਇਹ ਹੋਈ ਕਿ ਲਿਬਰਲਸ ਨੇ ਤਾਂ ਪਾਉਣੀ ਹੋਈ ਸੀਗੀ ਉਹਦੇ ਅਗੇਂਸਟ ਵੋਟ, ਪਰ NDP ਨੇ ਵੀ ਉਹਦੇ ਅਗੇਂਸਟ ਵੋਟ ਪਾਈ। ਤੇ ਉਹਦੇ ਵਿੱਚ ਇੱਕ ਬੜੀ ਮਤਲਬ ਜਿਹੜੀ ਯੂਨੀਕ ਗੱਲ ਇਹ ਸੀਗੀ ਕਿ ਜਿਹੜਾ ਕੰਜ਼ਰਵੇਟਿਵ ਦਾ ਮੋਸ਼ਨ ਸੀਗਾ ਸਿੱਧੂ ਸਾਹਿਬ ਉਹ ਇਹ ਸੀਗਾ ਕਿ ਜਿਹੜੇ ਪਿਛਲੇ 12 ਸਾਲ ਨੇ ਉਹਦੇ ਵਿੱਚ ਜਿੰਨੇ ਵੀ ਪ੍ਰਾਈਮ ਮਿਨਿਸਟਰ ਦੇ ਪਰਿਵਾਰ ਦੇ ਮੈਂਬਰ ਨੇ ਉਹ ਡਿਸਕਲੋਜ਼ ਕਰਨ ਉਹਨਾਂ ਦੀਆਂ ਡੀਲਿੰਗਸ ਇੱਕ ਚੈਰਿਟੀ ਦੇ ਨਾਲ। ਤੇ ਉਹਦੇ ਉੱਤੇ NDP ਨੇ ਬੜਾ ਸਟਰੋਂਗ ਸਟੈਂਡ ਲਿਆ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਇੱਕ ਪਾਰਲੀਮੈਂਟਰੀ ਕਮੇਟੀ ਆ ਉਹ ਇੱਕ ਪ੍ਰਾਈਵੇਟ ਸਿਟੀਜ਼ਨ ਨੂੰ ਇਦਾਂ ਦੀ ਗੱਲ ਨਹੀਂ ਪੁੱਛ ਸਕਦੀ। ਜੇ ਕੋਈ ਪ੍ਰਾਈਵੇਟ ਸਿਟੀਜ਼ਨ ਕਿਸੇ ਨਾਲ ਕੰਮ ਕਰ ਰਿਹਾ ਵਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨੂੰ ਪੀਨਲਾਈਜ਼ ਕਰੀਏ ਕਿਉਂਕਿ ਉਹਨਾਂ ਦਾ ਕੋਈ ਜਾਣਨ ਵਾਲਾ ਜਾਂ ਰਿਸ਼ਤੇਦਾਰ ਕੋਈ ਇੱਕ ਪੋਜੀਸ਼ਨ ਆਫ ਅਥਾਰਟੀ ਦੇ ਵਿੱਚ ਆ। ਤੇ ਉਹ ਮੋਸ਼ਨ ਫੇਲ ਹੋ ਗਿਆ। ਉਹਦੇ ਵਿੱਚ NDP ਨੇ ਲਿਬਰਲ ਗਵਰਨਮੈਂਟ ਦੇ ਹੱਕ ਦੇ ਵਿੱਚ ਵੋਟ ਪਾਈ, ਗ੍ਰੀਨ ਨੇ ਪਾਈ ਤੇ ਖਾਸ ਕਰ ਇੰਡੀਪੈਂਡੈਂਟ ਜਿਹਦੇ ਵਿੱਚ ਜੋਡੀ ਵਿਲਸਨ ਰਬੋ ਜਿਹੜੇ ਪਿਛਲੀ ਵਾਰ ਕਾਕਸ ਛੱਡ ਕੇ ਚਲੇ ਗਏ ਸੀ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ, ਉਹਨਾਂ ਨੇ ਵੀ ਲਿਬਰਲ ਸਰਕਾਰ ਦੇ ਹੱਕ ਦੇ ਵਿੱਚ ਵੋਟ ਪਾਈ। ਤੇ ਅਨਫੋਰਚੂਨੇਟਲੀ ਗੱਲ ਇਹ ਹੋ ਰਹੀ ਆ ਹੁਣ ਜਾਂ ਕਿ ਜਿੱਥੇ ਸਾਡਾ ਫੋਕਸ ਇਹ ਹੋਣਾ ਚਾਹੀਦਾ ਵਾ ਕਿ ਕੋਵਿਡ ਦਾ ਸੈਕੰਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੇਵ ਆ ਚੁੱਕੀ ਆ ਜੀ ਤੇ ਗਵਰਨਮੈਂਟ ਦਾ ਫੋਕਸ ਉੱਤੇ ਹੋਣਾ ਚਾਹੀਦਾ ਤੇ ਗਵਰਨਮੈਂਟ ਦਾ ਫੋਕਸ ਹੈਗਾ ਵੀ ਆ। ਪਰ ਕਿਤੇ ਨਾ ਕਿਤੇ ਲੱਗ ਰਿਹਾ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਖਾਸ ਕਰ ਕੰਜ਼ਰਵੇਟਿਵ, ਚਲੋ ਦੇਖੋ ਬਲਾਕ ਦਾ ਤਾਂ ਆਪਾਂ ਮੰਨ ਲਈਏ ਕਿਉਂਕਿ ਬਲਾਕ ਦਾ ਤਾਂ ਹਮੇਸ਼ਾ ਇਹੀ ਹੁੰਦਾ ਵਾ ਕਿ ਉਹਨਾਂ ਦਾ ਫੋਕਸ ਕੁਬੈਕ ਤੇ ਆ, ਪਰ ਕੰਜ਼ਰਵੇਟਿਵ ਪਾਰਟੀ ਵੀ ਕਿਤੇ ਨਾ ਕਿਤੇ ਕੋਸ਼ਿਸ਼ ਕਰ ਰਹੀ ਹੈ ਕਿ ਇਹਦੇ ਵਿੱਚੋਂ ਪੋਲੀਟੀਕਲ ਮਾਈਲੇਜ ਕੱਢੀ ਜਾਵੇ। ਤੇ ਉਹ ਅੱਜ ਵੀ ਕੱਲ੍ਹ ਵੀ ਇੱਕ ਮੋਸ਼ਨ ਉਹਨਾਂ ਨੇ ਇੱਕ ਨਵਾਂ ਮੋਸ਼ਨ ਪ੍ਰੈਜ਼ੈਂਟ ਕੀਤਾ ਵਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਹੋਲਿਸਟਿਕ ਰਿਵਿਊ ਹੋਣਾ ਚਾਹੀਦਾ ਵਾ। ਉਹਦੇ ਉੱਤੇ ਵੀ ਪ੍ਰਾਈਮ ਮਿਨਿਸਟਰ ਦਾ ਅੱਜ ਬਿਆਨ ਇਹੀ ਆਇਆ ਵਾ ਕਿ ਪੈਰਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਜੀ। ਜਿਹੜੇ ਕੰਜ਼ਰਵੇਟਿਵ ਦੇ ਨਵੇਂ ਲੀਡਰ ਬਣੇ ਨੇ ਐਰਨ ਓਟੂਲ, ਉਹਨਾਂ ਦਾ ਮੈਂ ਪਿਛਲੇ ਦਿਨ ਇੱਕ ਬਿਆਨ ਪੜ੍ਹ ਰਿਹਾ ਸੀ ਕਿ ਉਹ ਚਾਹੁੰਦੇ ਸੀ ਕਿ ਅਸੀਂ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਇਸ ਟਾਈਮ ਦੇ ਵਿੱਚ ਜਦੋਂ ਕਿ ਕੋਵਿਡ ਨਾਲ ਜੂਝ ਰਹੇ ਨੇ ਅਸੀਂ ਨਹੀਂ ਚਾਹੁੰਦੇ ਕਿ ਉਹ ਵੋਟਾਂ ਦਾ ਸਾਹਮਣਾ ਕਰਨਾ ਪਵੇ ਜਾਂ ਇਲੈਕਸ਼ਨ ਦਾ ਸਾਹਮਣਾ ਕਰਨਾ ਪਵੇ। ਪਰ ਇਸ ਤਰ੍ਹਾਂ ਦੇ ਜਦੋਂ ਮੋਸ਼ਨ ਲਿਆਂਦੇ ਜਾ ਰਹੇ ਨੇ ਤਾਂ ਫਿਰ ਉਹ ਚਾਹ ਕੀ ਰਹੇ ਨੇ, ਉਹਨਾਂ ਦੇ ਦਿਲਚਸਪੀ ਕਿਹੜੀ ਚੀਜ਼ ਦੇ ਵਿੱਚ ਹੈ ਜੀ? ਹਾਂਜੀ, ਵੈਰੀ ਗੁੱਡ ਕੁਐਸਚਨ। ਤੇ ਦੇਖੋ ਪ੍ਰਾਈਮ ਮਿਨਿਸਟਰ ਟਰੂਡੋ ਨੇ ਵੀ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੇ ਨੇ ਉਹ ਕਿ ਮੈਨੂੰ ਇਲੈਕਸ਼ਨ ਨਹੀਂ ਚਾਹੀਦੀ ਤੇ ਉਹਨਾਂ ਨੇ ਇਹੀ ਕਿਹਾ ਕਿ ਸਾਡਾ ਫੋਕਸ ਅੱਜ ਕੈਨੇਡੀਅਨਸ ਦੇ ਉੱਤੇ ਹੋਣਾ ਚਾਹੀਦਾ। ਡਿਪਟੀ ਪ੍ਰਾਈਮ ਮਿਨਿਸਟਰ ਨੇ ਵੀ ਜਦੋਂ ਵੀ ਅਸੀਂ ਉਹਨਾਂ ਨੂੰ ਸੁਣਦੇ ਹਾਂ, ਕ੍ਰਿਸਟੀਆ ਫਰੀਲੈਂਡ, ਉਹ ਵੀ ਹਮੇਸ਼ਾ ਇਹੀ ਗੱਲ ਕਰ ਰਹੇ ਨੇ ਕਿ ਸਾਡਾ ਫੋਕਸ ਕੈਨੇਡੀਅਨਸ ਦੀ ਹੈਲਥ, ਸੇਫਟੀ ਤੇ ਕੈਨੇਡੀਅਨਸ ਦੀ ਬਿਜ਼ਨਸ ਨੂੰ ਕਿੱਦਾਂ ਰਿਵਾਈਵ ਕਰਨਾ ਉਹਦੇ ਤੇ ਹੈਗਾ। ਪਰ ਐਰਨ ਓਟੂਲ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗ ਰਿਹਾ ਵਾ ਕਿ ਇਸ ਵਕਤ ਕੁਛ ਨਾ ਕੁਛ, ਕਿਉਂਕਿ ਨਵੇਂ ਲੀਡਰ ਨੇ, ਲੋਕ ਉਹਨਾਂ ਨੂੰ ਜਾਣਦੇ ਨਹੀਂ ਕੈਨੇਡੀਅਨਸ, ਵੀ ਕਿਤੇ ਨਾ ਕਿਤੇ ਮੇਰੀ ਜਿੱਦਾਂ ਕਿ ਮੇਰੀ ਇੰਟਰੋਡਕਸ਼ਨ ਕੈਨੇਡੀਅਨਸ ਨੂੰ ਕਿੱਦਾਂ ਹੋਵੇਗੀ ਕਿ ਆਈ ਐਮ ਟਫ ਆਫ ਸਮ ਥਿੰਗਸ ਐਂਡ ਆਈ ਕੈਨ ਟੇਕ ਅ ਟਫ ਸਟੈਂਸ। ਪਰ ਉਹ ਭੁੱਲ ਰਹੇ ਨੇ ਕਿ ਕੈਨੇਡੀਅਨਸ ਇਸ ਵਕਤ ਇਲੈਕਸ਼ਨ ਨਹੀਂ ਚਾਹ ਰਹੇ ਤਾਂ ਉਹ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਡਬਲ ਗੇਮ ਖੇਲ ਰਹੇ ਨੇ। ਇੱਕ ਪਾਸੇ ਤਾਂ ਉਹ ਇਹ ਕਹਿ ਰਹੇ ਨੇ ਕਿ ਮੈਨੂੰ ਇਲੈਕਸ਼ਨ ਨਹੀਂ ਚਾਹੀਦੀ, ਪਰ ਦੂਜੇ ਪਾਸੇ ਉਹ ਇੰਨੇ ਜਿਹਨੂੰ ਕਹਿ ਸਕਦੇ ਹਾਂ ਅਗਰੈਸਿਵ ਮੋਸ਼ਨ ਪੇਸ਼ ਕਰ ਰਹੇ ਨੇ ਜਿੱਥੇ ਹੋ ਸਕਦਾ ਕਿ ਸਰਕਾਰ ਡਿੱਗ ਸਕਦੀ ਹੈ ਜੀ। ਸੋ ਇੱਕ ਪਾਸੇ ਉਹ ਲੋਕਾਂ ਨੂੰ
ਇਹ ਕਹਿਣ ਦੀ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਤੁਹਾਨੂੰ ਇਲੈਕਸ਼ਨ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦੇ, ਪਰ ਜੇਕਰ ਉਹ ਇਸ ਤਰ੍ਹਾਂ ਦੇ ਮੋਸ਼ਨ ਲੈ ਕੇ ਆ ਰਹੇ ਨੇ, ਜੇਕਰ ਕਿਉਂਕਿ ਹੁਣ ਮਿਨੋਰਟੀ ਦੇ ਵਿੱਚ ਗੌਰਮੈਂਟ ਹੈ, ਜੇਕਰ NDP ਸਪੋਰਟ ਨਾ ਕਰੇ ਜਾਂ ਬਲਾਕ ਕਿਊਬਿਕਵਾ ਸਪੋਰਟ ਨਾ ਕਰੇ, ਚਲੋ ਇਸ ਵਾਰ NDP ਨੇ ਸਪੋਰਟ ਕਰ ਦਿੱਤੀ ਹੈ ਤਾਂ ਸਰਕਾਰ ਬਚ ਗਈ ਹੈ। ਜੇਕਰ ਵਿਰੋਧੀ ਪਾਰਟੀਆਂ ਇਸ ਤਰ੍ਹਾਂ ਦੇ ਮੋਸ਼ਨ ਲੈ ਕੇ ਆਉਣਗੀਆਂ, ਜੇਕਰ ਉਹਨਾਂ ਨੂੰ ਲਿਬਰਲ ਨੂੰ ਸਪੋਰਟ ਨਹੀਂ ਮਿਲਦੀ ਕਿਸੇ ਹੋਰ ਪੋਲੀਟੀਕਲ ਪਾਰਟੀ ਦੀ, ਤਾਂ ਇਸਦਾ ਮਤਲਬ ਤਾਂ ਇਹੀ ਹੈ ਕਿ ਇਲੈਕਸ਼ਨਾਂ ਹੋ ਸਕਦੀਆਂ ਨੇ ਜੀ। ਹਾਂਜੀ, ਜਿੱਦਾਂ ਇਹਨਾਂ ਨੂੰ ਟੂਲ ਹੁਣ ਕਹਿ ਰਹੇ ਨੇ ਕਿ ਜਿੰਨਾ ਵੀ ਵੀ ਦਾ ਇਸ਼ੂ ਹੋਇਆ ਸੀਗਾ ਉਹਦੇ 'ਚ ਜਿਹੜੇ ਡਾਕੂਮੈਂਟਸ ਨੇ ਉਹ ਡਿਸਕਲੋਜ਼ ਕਰੇ ਸਰਕਾਰ, ਪਰ ਉਹਦੇ ਵਿੱਚ ਕਈ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਸਿੱਧੂ ਸਾਹਿਬ ਜਿਹੜੀਆਂ ਕੈਬਨਿਟ ਕੌਨਫੀਡੈਂਸ਼ੀਅਲ ਹੁੰਦੀਆਂ ਵਾ ਜੀ। ਇਹਨਾਂ ਦੇ ਆਪਣੇ ਜਿਹੜੇ ਫਾਈਨੈਂਸ਼ੀਅਲ ਕ੍ਰਿਟਿਕ ਨੇ ਪੀਅਰ ਪੋਲੀਅਵ, ਉਹਨਾਂ ਨੇ ਇੱਕ ਵਾਰ ਕਿਹਾ ਸੀਗਾ ਕਿ ਜਿਹੜੇ ਸਾਡੇ ਬਿਊਰੋਕਰੇਟਸ ਨੇ ਉਹ ਨਾਨ ਪਾਰਟੀਜ਼ਨ ਨੇ ਤੇ ਉਹੀ ਡਿਸਾਈਡ ਕਰਦੇ ਨੇ ਕਿ ਕਿਹੜੀਆਂ ਚੀਜ਼ਾਂ ਡਿਸਕਲੋਜ਼ ਕੀਤੀਆਂ ਜਾ ਸਕਦੀਆਂ। ਇਸ ਜਾਣ ਦੇ ਬਾਵਜੂਦ ਉਹ ਇਸ ਗੱਲ ਨੂੰ ਪੁਸ਼ ਕਰ ਰਹੇ ਨੇ ਕਿ ਮਤਲਬ ਇੱਦਾਂ ਦੇ ਡਾਕੂਮੈਂਟ ਦੱਸੇ ਜਾਣ। ਦੂਸਰੀ ਗੱਲ ਉਹਨਾਂ ਨੇ ਇਹ ਕਹੀ ਕਿ ਜਿਹੜੀ ਕਮੇਟੀ ਅਸੀਂ ਲਿਆਉਣਾ ਚਾਹੁੰਦੇ ਆ ਉਹਦੇ ਵਿੱਚ ਇਹ ਹੋਣ ਕਿ ਉਹ ਜਿਹੜੇ ਡਾਕੂਮੈਂਟਸ ਜਿਹੜੇ ਪ੍ਰੋਵਾਈਡ ਵੀ ਕੀਤੇ ਨੇ ਗਵਰਨਮੈਂਟ ਨੇ ਜੀ, ਉਹਦੇ ਉਹਦੇ ਵਿੱਚ ਕੁਝ ਚੀਜ਼ਾਂ ਬਲੈਕ ਆਊਟ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉਹ ਅਗੇਨ ਕੌਨਫੀਡੈਂਸ਼ੀਅਲ ਨੇ, ਉਹ ਨਹੀਂ, ਚਾਹੇ ਉਹ ਨੈਸ਼ਨਲ ਸਿਕਿਉਰਿਟੀ ਲਈ ਜਾਂ ਕੁਛ ਹੋਰ। ਤੇ ਉਹ ਬਾਰ-ਬਾਰ ਇਸ ਗੱਲ ਨੂੰ ਜਿਹੜਾ ਪੁਸ਼ ਕਰ ਰਹੇ ਨੇ, ਕਿਤੇ ਨਾ ਕਿਤੇ ਲੱਗ ਰਿਹਾ ਕਿ ਉਹ ਚਾਹੁੰਦੇ ਨੇ ਕਿ ਅਸੀਂ ਸਰਕਾਰ ਨਹੀਂ ਡਿੱਗਣਾ ਚਾਹੁੰਦੇ, ਪਰ ਐਟ ਦ ਸੇਮ ਟਾਈਮ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਲੈਕਸ਼ਨ ਹੋਵੇ ਤੇ ਇਲੈਕਸ਼ਨ ਕੋਈ ਹੋਰ ਟ੍ਰਿਗਰ ਕਰੇ। ਤੇ ਐਂਡ ਆਫ ਦ ਡੇ ਇਹੀ ਲੱਗ ਰਿਹਾ ਵਾ ਕਿ ਉਹਨਾਂ ਨੂੰ ਪਤਾ ਕਿ ਸਾਡੀ ਕੋਲ ਇੰਨੀ ਨੰਬਰਸ ਹੈ ਨਹੀਂਗੇ ਕਿ ਅਸੀਂ ਸਰਕਾਰ ਨੂੰ ਢੀਕ ਸਕੀਏ, ਤਾਂ ਇਹਦਾ ਜਿੱਦਾਂ ਕਹਿ ਸਕਦੇ ਹਾਂ ਇਨੀਸ਼ੀਏਟਿਵ ਕੋਈ ਹੋਰ ਲਵੇ, ਚਾਹੇ ਉਹ NDP ਲਵੇ ਤੇ ਚਾਹੇ ਉਹ ਬਲਾਕ ਕਿਊਬਿਕਵਾ ਲਵੇ। ਜੀ, ਜੇਕਰ ਸੰਭਵ ਹੋ ਗਿਆ ਕਿਸੇ ਪੋਲੀਟੀਕਲ ਪਾਰਟੀ ਨੇ ਇਸ ਤਰ੍ਹਾਂ ਦਾ ਮੋਸ਼ਨ ਲਿਆਂਦਾ, ਤਾਂ ਜੇਕਰ ਸਮਝ ਲਓ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਲਿਬਰਲ ਗੌਰਮੈਂਟ ਜਾਂ ਮਿਨੋਰਟੀ ਗੌਰਮੈਂਟ ਦੇ ਅਗੇਂਸਟ ਵੋਟ ਕਰ ਦਿੱਤਾ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈ ਇਲੈਕਸ਼ਨ ਨੂੰ ਭਾਵੇਂ ਕੁਝ ਹਫ਼ਤੇ ਜਾਂ ਕੁਝ ਮਹੀਨੇ ਲੱਗ ਵੀ ਜਾਣਗੇ, ਪਰ ਉਸ ਹਾਲਾਤਾਂ ਦੇ ਵਿੱਚ ਜਿਹੜੀ ਫੈਡਰਲ ਗੌਰਮੈਂਟ ਹੈ ਉਹ ਕੋਈ ਸਟਰੋਂਗ ਡਿਸੀਜ਼ਨ ਨਹੀਂ ਲੈ ਸਕਦੀ ਹੁੰਦੀ। ਪਰ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਇਸ ਸਮੇਂ ਕੈਨੇਡਾ ਜਾਂ ਦੁਨੀਆ ਲੰਘ ਰਹੀ ਹੈ, ਤਾਂ ਬੜੇ ਮੈਨੂੰ ਲੱਗਦਾ ਕਿ ਡੇਲੀ ਬੇਸ 'ਤੇ ਜਾਂ ਵੀਕਲੀ ਬੇਸ 'ਤੇ ਕੋਈ ਨਾ ਕੋਈ ਡਿਸੀਜ਼ਨ ਜਿਹੜੇ ਫੈਡਰਲ ਗੌਰਮੈਂਟ ਨੂੰ ਸਾਡੀ ਇਕੋਨਮੀ ਨੂੰ ਬਚਾਉਣ ਦੇ ਲਈ, ਸਾਡੀਆਂ ਕੰਪਨੀਜ਼ ਨੂੰ ਬਚਾਉਣ ਦੇ ਲਈ ਜਾਂ ਇੰਪਲੋਇਮੈਂਟ ਬਚਾਉਣ ਦੇ ਲਈ ਲੈਣੇ ਪੈ ਰਹੇ ਨੇ। ਤਾਂ ਫਿਰ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਸਾਰੀਆਂ ਦਾ ਉਹਨਾਂ ਦਾ ਚੋਣਾਂ ਵੱਲ ਧਿਆਨ ਹੋ ਜਾਏਗਾ, ਕੋਈ ਵੱਡੇ ਡਿਸੀਜ਼ਨ ਫੈਡਰਲ ਗੌਰਮੈਂਟ ਨਹੀਂ ਲੈ ਸਕੇਗੀ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਦਾ ਕੈਨੇਡਾ ਨੂੰ ਜਾਂ ਕੈਨੇਡੀਅਨ ਕੰਪਨੀਜ਼ ਨੂੰ ਜਾਂ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਜੇਕਰ ਸੰਭਵ ਹੋ ਗਿਆ ਕਿ ਇਲੈਕਸ਼ਨ ਹੋਣੇ ਨੇ ਜੀ? ਨਹੀਂ, ਬਿਲਕੁਲ। ਦੇਖੋ, ਇਹ ਤਾਂ ਹੈ ਹੀ। ਜੇ ਲੈਟਸ ਸੇ ਹਾਈਪੋਥੈਟਿਕਲੀ ਅਸੀਂ ਮੰਨ ਲਈਏ ਕਿ ਕੱਲ੍ਹ ਨੂੰ ਇਲੈਕਸ਼ਨ ਕਾਲ ਹੋ ਜਾਂਦੀ ਆ ਜੀ, ਅਸੀਂ ਦੇਖ ਰਹੇ ਹਾਂ ਕੈਨੇਡਾ ਦੇ ਵਿੱਚ ਕੇਸਿਸ ਵੱਧ ਰਹੇ ਨੇ ਕੋਵਿਡ ਦੇ। ਅਸੀਂ ਕੋਵਿਡ ਦੇ ਵਿੱਚੋਂ ਬਾਹਰ ਨਹੀਂ ਨਿਕਲੇ। ਕੋਵਿਡ ਕ੍ਰਾਈਸਿਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ, ਜਿਹੜੇ ਸਾਡੇ ਹੈਲਥ ਐਕਸਪਰਟਸ ਨੇ ਉਹ ਕਹਿ ਰਹੇ ਨੇ ਕਿ ਜੀ ਸੈਕੰਡ ਵੇਵ ਆ ਚੁੱਕੀ ਆ। ਆਪਾਂ ਅਲਬਰਟਾ ਦੇ ਵਿੱਚ ਬੈਠੇ ਹਾਂ, ਅਲਬਰਟਾ ਹੀ ਲੈ ਲਈਏ, ਕੱਲ੍ਹ 400 ਤੋਂ ਉੱਤੇ ਕੇਸ ਆਏ। ਸਾਡੇ ਇੱਕ ਪ੍ਰੋਵਿੰਸ਼ੀਅਲ ਜਿਹੜੇ ਮਿਨਿਸਟਰ ਨੇ ਉਹ ਕੋਵਿਡ ਪੋਜ਼ਿਟਿਵ ਹੋ ਗਏ। ਸਾਡੇ ਜਿਹੜੇ ਪ੍ਰੀਮੀਅਰ ਨੇ ਉਹ ਸੈਲਫ ਆਈਸੋਲੇਸ਼ਨ ਦੇ ਵਿੱਚ ਚਲੇ ਗਏ। ਸੋ ਅਸੀਂ ਕੋਵਿਡ ਦੇ ਵਿੱਚੋਂ ਬਾਹਰ ਨਹੀਂ ਆਏ। ਕੋਵਿਡ ਕ੍ਰਾਈਸਿਸ ਅਜੇ ਚੱਲ ਰਹੀਆਂ, ਤੇ ਜੇ ਅਨਫੋਰਚੂਨਟਲੀ ਜਾਂ ਫੋਰਚੂਨਟਲੀ ਡਿਪੈਂਡਿੰਗ ਔਨ ਦ ਪਰਸਪੈਕਟਿਵ ਇਲੈਕਸ਼ਨ ਕਾਲ ਹੁੰਦੀਆਂ, ਤਾਂ ਉਹਦੇ ਵਿੱਚ ਜ਼ਿਆਦਾ ਲਾਸ ਕੈਨੇਡੀਅਨਸ ਦਾ ਹੀ ਹੋਣਾ, ਕਿਉਂਕਿ ਕੱਲ੍ਹ ਨੂੰ ਕੇਅਰ ਟੇਕਿੰਗ ਗਵਰਨਮੈਂਟ ਆ ਜਾਣੀ ਆ ਆਟਵਾ ਦੇ ਵਿੱਚ। ਕੇਅਰ ਟੇਕਿੰਗ ਗਵਰਨਮੈਂਟ ਦਾ ਇਹੀ ਹੁੰਦਾ ਕਿ ਉਹ ਬਿਲਸ ਤਾਂ ਜਿਹੜੇ ਹੈਗੇ ਆ ਉਹ ਪੇ ਕਰ ਸਕਦੀ ਆ, ਪਰ ਕੋਈ ਪੋਲਿਸੀ ਇਨੀਸ਼ੀਏਟਿਵ ਨਹੀਂ ਲੈ ਸਕਦੀ। ਤੇ ਕੱਲ੍ਹ ਨੂੰ ਸਾਨੂੰ ਜੇ PPE ਚਾਹੀਦੀ ਆ ਜਾਂ ਕੋਈ ਹੋਰ ਕੋਈ ਹੈਲਥ ਦੇ ਇਸ਼ੂ ਚਾਹੀਦੇ ਆ, ਤਾਂ ਸਰਕਾਰ ਉਹ ਕੋਈ ਵੀ ਮਤਲਬ ਕੇਅਰ ਟੇਕਿੰਗ ਗਵਰਨਮੈਂਟ ਆ ਉਹ ਨਹੀਂ ਉੱਦਾਂ ਦੇ ਡਿਸੀਜ਼ਨ ਲੈ ਸਕੂਗੀ। ਤੇ ਕੱਲ੍ਹ ਨੂੰ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਾਨੂੰ ਸਾਡੇ ਕੈਨੇਡੀਅਨਸ ਨੇ ਜੀ, ਸਾਡੇ ਕੈਨੇਡੀਅਨਸ ਹੀ ਸਫਰ ਕਰਨਗੇ, ਕਿਉਂਕਿ ਇਸ ਵਕਤ ਜਿਹੜਾ ਫੋਕਸ ਚਾਹੇ ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਹੁਣ ਲਿਬਰਲ ਦੀ ਸਰਕਾਰ ਆ, ਚਾਹੇ ਉਹ ਕੰਜ਼ਰਵੇਟਿਵ ਦੀ ਹੁੰਦੀ, NDP ਦੀ ਹੁੰਦੀ, ਤਾਂ ਫੋਕਸ ਇਹੀ ਹੋਣਾ ਸੀਗਾ ਕਿ ਕੈਨੇਡੀਅਨਸ ਦੀ ਵੈਲਬੀਂਗ ਕੀ ਹੈ, ਕੈਨੇਡੀਅਨਸ ਨੂੰ ਅਸੀਂ ਸੇਫ ਕਿੱਦਾਂ ਰੱਖਣਾ, ਕੈਨੇਡੀਅਨਸ ਦੀ ਹੈਲਥ ਕਿੱਦਾਂ ਪ੍ਰੋਟੈਕਟ ਕਰਨੀ ਹੈ, ਤੇ ਖਾਸ ਕਰ ਜਿਹੜੀ ਇਕੋਨਮੀ ਆ ਉਹਨੂੰ ਚੱਲਦੇ ਕਿੱਦਾਂ ਰੱਖਣਾ, ਤੇ ਜਿਹੜੀ ਰਿਕਵਰੀ ਹੁਣ ਚੱਲ ਰਹੀ ਹੈ, ਜਿੱਦਾਂ ਆਪਾਂ ਕੈਨੇਡਾ ਰਿਕਵਰੀ ਬੈਨੀਫਿਟ ਸ਼ੁਰੂ ਹੋ ਚੁੱਕੇ ਨੇ ਜੀ, ਤੇ ਉਹਦੇ ਵਿੱਚੋਂ ਅਸੀਂ ਰਿਜ਼ੀਲੀਐਂਟ ਇਕੋਨਮੀ ਨੂੰ ਕਿੱਦਾਂ ਬਣਾਉਣਾ ਵਾ। ਤੇ ਜੇ ਕੱਲ੍ਹ ਨੂੰ ਇਲੈਕਸ਼ਨ ਹੋ ਜਾਂਦੀਆਂ ਨੇ, ਲੈਟਸ ਸੇ ਸਨੈਪ ਇਲੈਕਸ਼ਨ ਆਪਾਂ ਮੰਨ ਲਈਏ ਕਿ ਹੋਰ ਮਹੀਨੇ ਨੂੰ ਹੋ ਚੁੱਕੀਆਂ, ਕਿਉਂਕਿ ਕੰਜ਼ਰਵੇਟਿਵ ਨੇ ਕੱਲ੍ਹ ਇੱਕ ਵੈਨਸਡੇ ਨੂੰ ਇੱਕ ਹੋਰ ਮੋਸ਼ਨ ਸ਼ੁਰੂ ਕਰ ਦਿੱਤਾ ਵਾ ਜਿਹਦੇ 'ਤੇ ਵੋਟਿੰਗ ਅਗਲੇ ਵੀਕ ਹੋਊਗੀ। ਤੇ ਉਹਦੇ ਵਿੱਚ ਜਿਹੜਾ ਸਭ ਨੂੰ ਜ਼ਿਆਦਾ ਸਫਰ ਕਰਨਾ ਤੇ ਸਭ ਨੂੰ ਜ਼ਿਆਦਾ ਜਿਹੜਾ ਨੁਕਸਾਨ ਹੋਊਗਾ ਉਹ ਸਾਰੇ ਕੈਨੇਡੀਅਨਸ ਦਾ ਹੋਊਗਾ, ਚਾਹੇ ਕੋਈ ਵੀ ਪਾਰਟੀ ਉਸ ਇਲੈਕਸ਼ਨ ਨੂੰ ਟ੍ਰਿਗਰ ਕਰੇ ਜੀ। ਹੁਣ ਤੱਕ ਜੀ ਵੈਸੇ ਤਾਂ ਜਿਹੜਾ ਕਰੋਨਾ ਹੈ ਜਾਂ ਕੋਵਿਡ-19 ਦਸੰਬਰ 2019 ਦੇ ਵਿੱਚ ਇਹਦੇ ਬਾਰੇ ਕੁਝ ਇਨਫੋਰਮੇਸ਼ਨ ਬਾਹਰ ਆਉਣੀ ਸ਼ੁਰੂ ਹੋ ਗਈ ਸੀ,
ਪਰ ਮਾਰਚ ਦੇ ਵਿੱਚ ਜਾ ਕੇ ਸੀਰੀਅਸਲੀ ਸਾਰੀਆਂ ਸਰਕਾਰਾਂ ਨੇ ਇਸ ਨੂੰ ਲੈਣਾ ਸ਼ੁਰੂ ਕਰ ਦਿੱਤਾ। ਵੱਡੇ ਵੱਡੇ ਜਿਹੜੇ ਨੇ ਜੀ ਉਹ ਪਲਾਨ ਜਿਹੜੇ ਬਣਾਏ ਗਏ। ਹੁਣ ਤੱਕ ਮਾਰਚ ਤੋਂ ਲੈ ਕੇ ਹੁਣ ਤੱਕ ਜੇਕਰ ਸਰਕਾਰਾਂ 'ਤੇ ਨਜ਼ਰ ਮਾਰੀਏ, ਚਾਹੇ ਉਹ ਫੈਡਰਲ ਗੌਰਮੈਂਟ ਹੈ, ਟਰੂਡੋ ਸਾਹਿਬ ਦੀ ਸਰਕਾਰ ਹੈ, ਚਾਹੇ ਅਸੀਂ ਪ੍ਰੋਵਿੰਸ਼ੀਅਲ ਗੌਰਮੈਂਟ 'ਤੇ ਨਜ਼ਰ ਮਾਰੀਏ, ਜਸਨ ਕੈਨੀ ਹੋਣਾ ਦੀ ਸਰਕਾਰ ਹੈ, ਜਾਂ ਸਿਟੀ ਆਫ ਕੈਲਗਰੀ ਵੱਲੋਂ ਜੋ ਕੁਝ ਹੁਣ ਤੱਕ ਕੀਤਾ ਗਿਆ ਸਾਡੇ ਮੇਅਰ ਸਾਹਿਬ ਜਾਂ ਕੌਂਸਲਰ ਵੱਲੋਂ। ਸੋ ਤੁਸੀਂ ਤਿੰਨਾਂ ਸਰਕਾਰਾਂ, ਤਿੰਨੇ ਲੈਵਲ ਦੀਆਂ ਸਰਕਾਰਾਂ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕੋਵਿਡ ਨੂੰ ਲੈ ਕੇ? ਦੇਖੋ, ਜਦੋਂ ਕੋਵਿਡ ਸ਼ੁਰੂ ਹੋਇਆ, ਕ੍ਰਾਈਸਿਸ ਸ਼ੁਰੂ ਹੋਈਆਂ, ਇੱਕ ਬਹੁਤ ਪੋਜ਼ਿਟਿਵ ਚੀਜ਼ ਦੇਖਣ ਨੂੰ ਮਿਲੀ ਕਿ ਟੀਮ ਕੈਨੇਡਾ ਅਪਰੋਚ ਲਈ ਗਈ, ਚਾਹੇ ਉਹ ਮਿਊਨਿਸਪਲ ਸੀ, ਚਾਹੇ ਉਹ ਪ੍ਰੋਵਿੰਸ਼ੀਅਲ ਸੀ, ਚਾਹੇ ਫੈਡਰਲ, ਤਿੰਨੋਂ ਲੈਵਲ ਆਫ ਗਵਰਨਮੈਂਟਸ ਨੇ ਮਿਲ ਕੇ ਕੰਮ ਕੀਤਾ ਜੀ। ਤੇ ਜਿਹੜੀ ਪਾਰਟੀਜ਼ਨ ਪੋਲਿਟਿਕਸ ਸੀ ਉਹ ਬਹੁਤ ਘੱਟ ਦੇਖਣ ਨੂੰ ਮਿਲੀ, ਕੁਝ ਸਮੇਂ ਲਈ ਛੱਡ ਦਿੱਤੀ ਗਈ ਸੀ। ਬਿਲਕੁਲ। ਤੇ ਮੈਂ ਇੱਕ ਸਟੱਡੀ ਪੜ੍ਹ ਰਿਹਾ ਸੀਗਾ, ਉਹਨਾਂ ਨੇ ਜਦੋਂ ਐਨਾਲਿਸਿਸ ਕੀਤੇ ਤਾਂ ਉਹਨਾਂ ਨੇ ਕੈਨੇਡਾ ਨੂੰ B+ ਗ੍ਰੇਡ ਦਿੱਤਾ ਤੇ ਵਰਲਡ ਐਵਰੇਜ C ਸੀ। ਅੱਛਾ ਜੀ। ਹਾਂਜੀ, ਜੇ ਆਪਾਂ ਕੰਪੈਰੀਜ਼ਨ ਹੀ ਕਰ ਲਈਏ ਸਾਊਥ ਦੇ ਵਿੱਚ ਸਾਡੇ ਕੀ ਹੋ ਰਿਹਾ ਵਾ ਉੱਥੇ, ਨਹੀਂ ਕੋਵਿਡ ਨੂੰ ਲੈ ਕੇ ਪਾਰਟੀਜ਼ਨ ਪੋਲਿਟਿਕਸ ਉਹ ਸਾਨੂੰ ਨਹੀਂ ਦੇਖਣ ਨੂੰ ਮਿਲੀ, ਵਿਚ ਵਾਜ਼ ਗੁੱਡ। ਜੇ $10 ਖਰਚ ਕੀਤੇ ਗਏ ਕੈਨੇਡੀਅਨਸ ਦੇ ਉੱਤੇ, ਉਹਦੇ ਵਿੱਚੋਂ $9 ਫੈਡਰਲ ਸਰਕਾਰ ਨੇ ਖਰਚ ਕੀਤੇ, $1 ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਗਵਰਨਮੈਂਟਸ ਨੇ ਦਿੱਤਾ, ਖਾਸ ਕਰ ਪ੍ਰੋਵਿੰਸ਼ੀਅਲ ਨੇ। ਓਵਰ $80 ਬਿਲੀਅਨ ਫੈਡਰਲ ਸਰਕਾਰ ਨੇ ਸਰਬ ਦੇ ਵਿੱਚ ਲਾਏ। ਓਵਰ ਜਿਹਨੂੰ ਅਸੀਂ ਕਹਿ ਸਕਦੇ ਹਾਂ 3.7 ਮਿਲੀਅਨ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਦੇ ਵਿੱਚ ਲੋਕਾਂ ਨੇ ਜਿਹੜੇ ਉਹਦਾ ਫਾਇਦਾ ਲਿਆ। 3 ਲੱਖ ਤੋਂ ਜ਼ਿਆਦਾ ਜਿਹੜੀਆਂ ਮਤਲਬ ਛੋਟੇ ਬਿਜ਼ਨੈਸਿਸ ਨੇ ਜਾਂ ਮੀਡੀਅਮ ਸਾਈਜ਼ ਬਿਜ਼ਨਸ ਨੇ, ਉਹਨਾਂ ਨੇ ਉਹਦਾ ਫਾਇਦਾ ਲਿਆ। ਸੋ ਬਹੁਤ ਵਧੀਆ ਅਪਰੋਚ ਰਹੀ। ਤੇ ਇਹ ਵੀ ਬਹੁਤ ਚੰਗਾ ਲੱਗਿਆ ਕਿ ਜਦੋਂ ਵੀ ਫੈਡਰਲ ਸਰਕਾਰ ਨੇ ਕੋਈ ਵੀ ਬਿੱਲ ਲੈ ਕੇ ਆਂਦਾ, ਖਾਸ ਕਰ ਆਪਾਂ ਪਿੱਛੇ ਦੇਖਿਆ EI ਐਕਸਟੈਂਸ਼ਨ ਸੀਗਾ ਤੇ ਕੈਨੇਡਾ ਰਿਕਵਰੀ ਬੈਨੀਫਿਟ CRB ਸੀਗਾ, ਉਹਨੂੰ ਯੂਨੈਨਿਮਸਲੀ ਪਾਸ ਕੀਤਾ ਗਿਆ। ਸੋ ਇਹ ਚੀਜ਼ਾਂ ਦੇਖ ਕੇ ਬੜਾ ਚੰਗਾ ਲੱਗਦਾ ਕਿ ਸਰਕਾਰ ਦਾ ਫੋਕਸ, ਤੇ ਖਾਸ ਕਰ ਨਾਟ ਸਰਕਾਰ ਦਾ, ਆਪਾਂ ਪੂਰੀਆਂ ਪਾਰਟੀਆਂ ਦਾ ਫੋਕਸ ਕੈਨੇਡੀਅਨਸ ਉੱਤੇ ਸੀਗਾ। ਪਰ ਹੁਣ ਥੋੜਾ ਜਿਹਾ ਜਿਉਂ-ਜਿਉਂ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਪਰਸੈਪਸ਼ਨ ਇਹ ਬਣ ਰਹੀ ਹੈ ਕਿ ਵਾਇਰਸ ਤੋਂ ਅਸੀਂ ਥੋੜਾ ਜਿਹਾ ਜਿਹਨੂੰ ਕਹਿ ਸਕਦੇ ਜਿੱਤ ਰਹੇ ਹਾਂ, ਥੋੜਾ ਲੋਕਡਾਊਨ ਘਟ ਰਿਹਾ, ਕੌਣ ਮਤਲਬ ਉਹ ਤੇ ਫਿਰ ਤੋਂ ਪਾਰਟੀਜ਼ਨ ਪੋਲਿਟਿਕਸ ਦੇਖ ਕੇ ਥੋੜੀ ਨਿਰਾਸ਼ਾ ਹੋ ਰਹੀ ਆ ਕਿ ਹਾਲਾਂਕਿ ਮੈਨੂੰ ਇਹ ਲੱਗਦਾ ਵਾ ਕਿ ਜਦ ਤੱਕ ਅਸੀਂ ਬਿਲਕੁਲ 100% ਸ਼ਿਓਰ ਨਹੀਂ ਹੋ ਸਕਦੇ ਕਿ ਅਸੀਂ ਕੋਵਿਡ ਨੂੰ ਬਿਲਕੁਲ ਹਰਾ ਦਿੱਤਾ ਵਾ, ਉਦੋਂ ਤੱਕ ਟੀਮ ਕੈਨੇਡਾ ਅਪਰੋਚ ਰੱਖੀ ਜਾਵੇ, ਸਾਰੀਆਂ ਪਾਰਟੀਆਂ ਮਿਲ ਕੇ ਚੱਲਣ ਪ੍ਰੋਵਿੰਸ਼ੀਅਲ ਲੈਵਲ ਤੇ, ਟੈਰੀਟੋਰੀਅਲ ਲੈਵਲ ਤੇ ਮਿਊਨਿਸਪਲ ਲੈਵਲ ਤੇ, ਤਾਂ ਉਹ ਕੈਨੇਡੀਅਨਸ ਦੇ ਬੈਨੀਫਿਟ ਦੀ ਗੱਲ ਕਰਨ ਉਹ ਬਹੁਤ ਚੰਗਾ ਰਹੂਗਾ। ਕਿਉਂਕਿ ਕੈਨੇਡੀਅਨਸ ਇਸ ਵਕਤ ਇਹ ਨਹੀਂ, ਉਹਨਾਂ ਦਾ ਧਿਆਨ ਇਹ ਨਹੀਂਗਾ ਕਿ ਪੋਲਿਟਿਕਸ ਕੌਣ ਕਿੱਦਾਂ ਦੀ ਕਰ ਰਿਹਾ, ਉਹਨਾਂ ਦਾ ਇਹ ਧਿਆਨ ਆ ਕਿ ਮੇਰਾ ਪੇਚੈਕ ਕਿੱਥੋਂ ਆ ਰਿਹਾ, ਮੈਂ ਜਿਹੜੀ ਆਪਦੇ ਟੇਬਲ ਦੇ ਉੱਤੇ ਰੋਟੀ ਰੱਖਣੀ ਆਪਣੇ ਬੱਚਿਆਂ ਲਈ ਉਹ ਕਿੱਥੋਂ ਆ ਰਹੀ ਆ। ਉਹਨਾਂ ਦਾ ਇਹ ਧਿਆਨ ਆ ਕਿ ਜਿਹੜੀਆਂ ਮੇਰੀਆਂ ਜੌਬ ਜਿਹੜੀ ਮੇਰੀ ਗਈ ਸੀ ਉਹਨੂੰ ਮੈਂ ਵਾਪਸ ਕਿੱਦਾਂ ਲੈਣਾ। ਉਹਨਾਂ ਦਾ ਧਿਆਨ ਇਹ ਆ ਕਿ ਜਿਹੜੇ ਮੇਰੇ ਆਵਰਸ ਲਾਸ ਹੋਏ ਸੀ ਮੈਂ ਉਹਨਾਂ ਨੂੰ ਰਿਕਵਰ ਕਿੱਦਾਂ ਕਰਨਾ। ਉਹਨਾਂ ਦਾ ਧਿਆਨ ਇਹ ਆ ਕਿ ਮੇਰੇ ਜਿਹੜੇ ਬੱਚੇ ਸਕੂਲ ਜਾ ਰਹੇ ਨੇ ਉਹ ਸੇਫ ਨੇ। ਉਹਨਾਂ ਦਾ ਧਿਆਨ ਇਹ ਆ ਕਿ ਸਿੰਗਲ ਮਦਰਸ ਦਾ ਕਿ ਜਿਹੜੇ ਮੇਰੇ ਬੱਚੇ ਨੇ ਮੈਂ ਉਹਨਾਂ ਨੂੰ ਕਿੱਦਾਂ ਰੋਟੀ ਦੇਣੀ ਆ। ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਕਿ ਥੋੜ੍ਹੀ ਜਿਹੀ ਜਿਹੜਾ ਰੈਟਰਿਕ ਆ ਸਾਡੇ ਪੋਲੀਟੀਸ਼ੀਅਨ ਦਾ, ਚਾਹੇ ਪ੍ਰੋਵਿੰਸ਼ੀਅਲ ਲੈਵਲ 'ਤੇ ਹੋਣ ਚਾਹੇ ਫੈਡਰਲ, ਥੋੜ੍ਹਾ ਜਿਹਾ ਇਹਨੂੰ ਟੋਨ ਡਾਊਨ ਕਰਨ। ਹਜੇ ਅਸੀਂ ਨਿਕਲੇ ਨਹੀਂ ਕੋਵਿਡ ਦੇ ਵਿੱਚੋਂ, ਤੇ ਉਹ ਜਿਹੜੀ ਟੀਮ ਕੈਨੇਡਾ ਅਪਰੋਚ ਆ ਉਹਨੂੰ ਚੱਲਦੇ ਰੱਖਣਾ ਚਾਹੀਦਾ ਤਾਂ ਜੋ ਅਸੀਂ ਮੋਰ ਰੈਜ਼ਿਲੀਐਂਟ ਹੋ ਕੇ ਇਸ ਕ੍ਰਾਈਸਿਸ 'ਚੋਂ ਨਿਕਲੀਏ। ਜੀ, ਜਦੋਂ ਹੀ ਕੋਵਿਡ ਸਟਾਰਟ ਹੋਇਆ ਬਹੁਤ ਜ਼ਿਆਦਾ ਜਿਹੜੇ ਪੈਸੇ ਸੀ ਫੈਡਰਲ ਗੌਰਮੈਂਟ ਵੱਲੋਂ ਵੱਖਰੇ ਵੱਖਰੇ ਰੂਪ 'ਚ ਕੈਨੇਡੀਅਨਸ ਨੂੰ ਦਿੱਤੇ ਗਏ, ਚਾਹੇ ਉਹ ਪਹਿਲਾਂ 2000 ਜਿਹੜਾ ਇੱਕਦਮ ਸ਼ੁਰੂ ਕਰ ਦਿੱਤਾ ਗਿਆ, ਉਸ ਤੋਂ ਬਾਅਦ ਵੇਜ ਸਬਸਿਡੀ ਦੀ ਗੱਲ ਕਰ ਲਈਏ ਜਾਂ ਰੈਂਟ ਸਬਸਿਡੀ ਦੀ ਗੱਲ ਕਰ ਲਈਏ, ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਫੈਡਰਲ ਗੌਰਮੈਂਟ ਵੱਲੋਂ ਲੈਂਦੇ ਗਏ। ਸੋ ਬਹੁਤ ਸਾਰੇ ਲੋਕਾਂ ਵੱਲੋਂ ਟਰੂਡੋ ਸਰਕਾਰ ਦੀ ਸਿਫਤ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਪਲਾਨ ਲੈਂਦੇ ਗਏ ਅਤੇ ਕੈਨੇਡੀਅਨ ਇਕੋਨਮੀ ਨੂੰ ਜਾਂ ਜੌਬਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਘਰਾਂ ਨੂੰ ਚੱਲਦੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਕੁਝ ਵਿਰੋਧੀ ਪਾਰਟੀਆਂ ਵੱਲੋਂ ਕਹਿ ਲਈਏ ਜਾਂ ਕੁਝ ਲੋਕਾਂ ਦੀ ਰਾਏ ਹੈ ਜੀ ਕਿ ਜਿੰਨਾ ਪੈਸਾ ਸਰਕਾਰ ਵੱਲੋਂ ਵੰਡਿਆ ਜਾ ਰਿਹਾ ਇਹ ਕੈਨੇਡਾ ਨੂੰ ਇੱਕ ਲੰਬੇ ਸਮੇਂ ਲਈ ਕਰਜ਼ੇ ਦੇ ਵੱਲ, ਜਿਹੜਾ ਵੱਡਾ ਕਰਜ਼ਾ ਉਹਦੇ ਵੱਲ ਧੱਕ ਰਿਹਾ ਹੈ ਜੀ। ਸੋ ਤੁਸੀਂ ਕੀ ਲੱਗਦਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਜਿਹੜੀ ਫੈਡਰਲ ਗੌਰਮੈਂਟ ਹੈ ਵੱਲੋਂ ਉਸ ਵੱਲੋਂ ਸਹੀ ਕਦਮ ਉਠਾਏ ਜਾ ਰਹੇ ਨੇ ਲੋਕਾਂ ਵੱਲ ਪੈਸਾ ਦੇ ਕੇ, ਜਾਂ ਫਿਰ ਕਰਜ਼ਾ ਜਿਹੜਾ ਉਹ ਤੰਗ ਕਰ ਸਕਦਾ ਹੈ ਕੈਨੇਡਾ ਨੂੰ? ਨਹੀਂ, ਬਹੁਤ ਵਧੀਆ ਕੁਐਸਚਨ ਆ। ਆਈ ਥਿੰਕ ਇਹ ਕੁਐਸਚਨ ਹਰ ਕੈਨੇਡੀਅਨ ਨੂੰ ਪੁੱਛਣਾ ਚਾਹੀਦਾ। ਵੈਰੀ ਗੁੱਡ ਕੁਐਸਚਨ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਕਿ ਜਦੋਂ ਕੋਵਿਡ ਹਿੱਟ ਹੋਇਆ ਸਾਨੂੰ ਪਹਿਲੀ ਗੱਲ ਤਾਂ ਪਿਛਲੇ 100 ਸਾਲ ਲੈ ਲਈਏ ਇੱਦਾਂ ਦਾ ਕੋਈ ਕ੍ਰਾਈਸਿਸ ਨਾਲ ਐਕਸਪੀਰੀਅੰਸ ਨਹੀਂ ਸੀਗਾ। ਚਾਹੇ ਉਹ ਇੰਡੀਵਿਜੂਅਲ ਲੈਵਲ 'ਤੇ ਲੈ ਲਈਏ, ਚਾਹੇ ਉਹ ਅਸੀਂ ਕਾਰਪੋਰੇਸ਼ਨ ਲੈਵਲਸ 'ਤੇ ਲੈ ਲਈਏ, ਚਾਹੇ ਉਹ ਗਵਰਨਮੈਂਟ ਲੈਵਲਸ 'ਤੇ ਲੈ ਲਈਏ।
ਦੂਸਰੀ ਗੱਲ ਇਹ ਹੋਈ ਕਿ ਸਰਕਾਰ ਲਈ ਡਬਲ ਇਸ਼ੂ ਸੀਗਾ ਇਸ ਜੀ। ਵਕਤ। ਇੱਕ ਇਸ਼ੂ ਤਾਂ ਇਹ ਸੀਗਾ ਕਿ ਸਰਕਾਰ ਨੇ ਇਕਨੋਮੀ ਨੂੰ ਚੱਲਦੇ ਰੱਖਣਾ, ਡਿਮਾਂਡ ਨੂੰ ਚੱਲਦੇ ਰੱਖਣਾ, ਸਪਲਾਈ ਬਣਾਈ ਰੱਖਣੀ ਆ, ਚਾਹੇ ਉਹ ਗੁੱਡਸ ਦੀ ਹੋਵੇ, ਸਰਵਿਸਿਜ਼ ਦੀ ਹੋਵੇ। ਚਾਹੇ ਦੂਸਰਾ ਉਹਨਾਂ ਨੂੰ ਇਹ ਸੀਗਾ ਕਿ ਲੋਕਡਾਊਨ ਕਰਕੇ ਅਸੀਂ ਇਕਨੋਮੀ ਨੂੰ ਉਹਨਾਂ ਕਿੰਨਾ ਕਲੋਜ਼ ਕਰ ਦੇਣਾ ਵਾ ਕਿ ਲੋਕ ਇਫੈਕਟ ਨਾ ਹੋਣ। ਸੋ ਉਹਨਾਂ ਲਈ ਇਹ ਪ੍ਰੋਬਲਮ ਸੀਗੀ। ਤੇ ਤੀਸਰੀ ਗੱਲ ਇਹ ਸੀਗੀ ਕਿ ਜਿਹੜਾ ਇੱਕ ਤਰੀਕੇ ਨਾਲ ਇੰਡਿਊਸਡ ਪੈਂਡੇਮਿਕ ਰਿਸੈਸ਼ਨ ਸੀਗਾ। ਇੱਕ ਤਾਂ ਰਿਸੈਸ਼ਨ ਆਉਂਦਾ ਵਾ ਕਿ ਇਕਨੋਮਿਕ ਰਿਸੈਸ਼ਨ ਹੁੰਦਾ, ਉਹਦੇ ਵਿੱਚ ਸਰਕਾਰ ਪੈਸਾ ਪਾ ਕੇ ਸਟਿਮੂਲੇਟ ਕਰ ਸਕਦੀ ਹੈ ਇਕਨੋਮੀ, ਪਰ ਇਹਦੇ ਵਿੱਚ ਪੈਂਡੇਮਿਕ ਰਿਸੈਸ਼ਨ ਸੀਗਾ। ਸਰਕਾਰ ਨੂੰ ਇਹ ਵੀ ਦੇਖਣਾ ਸੀਗਾ ਵੀ ਅਸੀਂ ਪੈਸਾ ਕਿੰਨਾ ਪਾਉਣਾ ਤੇ ਕਦੋਂ ਪਾਉਣਾ। ਇਸ ਲਈ ਗਵਰਨਮੈਂਟ, ਸਾਡੀ ਫੈਡਰਲ ਸਰਕਾਰ ਨੇ ਜੋ ਕੀਤਾ ਵਾ ਉਹ ਇਹ ਸੀਗਾ ਕਿ ਪਹਿਲਾਂ ਸਕੋਪ ਦੇਖਿਆ, ਫਿਰ ਸਕੇਲ ਦੇਖਿਆ, ਤੇ ਫਿਰ ਇਹ ਦੇਖਿਆ ਕਿ ਇਹਨੂੰ ਕਿਸ ਤਰੀਕੇ ਨਾਲ ਲਾਂਚ ਕਰਨਾ। ਚੌਥੀ ਗੱਲ ਇਹ ਸੀਗੀ ਕਿ ਸਰਕਾਰ ਕੋਲ ਇੱਕ ਇਹ ਆਪਸ਼ਨ ਸੀਗੀ ਕਿ ਅਸੀਂ ਕਰਜ਼ ਲਈਏ ਜਾਂ ਅਸੀਂ ਆਮ ਇਨਸਾਨ ਨੂੰ ਕਰਜ਼ ਲੈਣ ਦਈਏ। ਜੇ ਉਹ ਕਰਜ਼ ਲੈਂਦੇ ਆ, ਅੱਜ ਜਿਹੜੀ ਇੰਟਰਸਟ ਰੇਟ ਨੇ, ਸਰਕਾਰ ਜਦੋਂ ਕਰਜ਼ਾ ਚੁੱਕਦੀ ਆ, ਬੌਂਡਸ ਇਸ਼ੂ ਕਰਦੀ ਆ, ਚਾਹੇ 10 ਸਾਲ ਦਾ ਬੌਂਡ ਆ, 30 ਸਾਲ ਦਾ ਬੌਂਡ ਆ, ਉਹ ਸਿੱਧੂ ਸਾਹਿਬ ਅੱਜ ਇੰਟਰਸਟ ਰੇਟਸ ਬਹੁਤ ਘੱਟ ਨੇ ਸਰਕਾਰ ਲਈ। ਸਰਕਾਰ ਇਸ ਵਕਤ ਜਿਹੜਾ ਇੰਟਰਸਟ ਪੇ ਕਰ ਰਹੀ ਹੈ ਸਾਡੇ ਡੈਟ ਦੇ ਉੱਤੇ, ਉਹ ਲੈਸ ਦੈਨ 1% ਆਫ GDP। ਆਮ ਇਨਸਾਨ ਜੇ ਕੋਈ ਕਰਜ਼ਾ ਲੈਂਦਾ, ਚਾਹੇ ਉਹ ਕ੍ਰੈਡਿਟ ਕਾਰਡ ਦਾ ਕਰਜ਼ਾ ਵਾ, ਚਾਹੇ ਉਹ ਕੋਈ ਲਾਈਨ ਆਫ ਕ੍ਰੈਡਿਟ ਦਾ ਕਰਜ਼ਾ ਵਾ, ਲਾਈਨ ਆਫ ਕ੍ਰੈਡਿਟ ਦਾ ਲੈਂਦਾ ਤਾਂ ਘੱਟ ਤੋਂ ਘੱਟ 4 ਤੋਂ 5%, ਜੇ ਕ੍ਰੈਡਿਟ ਕਾਰਡ ਦਾ ਲੈਂਦੇ 19 ਤੋਂ 20%, ਉਹ ਕਰਜ਼ਾ ਕਿੰਨਾ ਹੋਣਾ ਸੀਗਾ ਤੇ ਉਹ ਜੇ ਕਰਜ਼ਾ ਲੈਂਦੇ ਕਿ ਉਹ ਕਿੱਦਾਂ ਪੇ ਕਰਦੇ। ਪੰਜਵੀਂ ਗੱਲ ਇਹ ਸੀਗੀ ਕਿ ਸਰਕਾਰ ਨੇ ਡਾਇਰੈਕਟ ਪੇਮੈਂਟਸ ਕੀਤੀਆਂ ਕਿ ਲੋਕਾਂ ਦੇ ਜੇਬ ਦੇ ਵਿੱਚ ਪੈਸਾ ਜਾਵੇ ਤਾਂ ਜੋ ਉਹ ਗਰੋਸਰੀ ਬਾਏ ਕਰ ਸਕਣ, ਆਪਣੀਆਂ ਮੌਰਗੇਜਸ ਦੇ ਸਕਣ, ਆਪਣੇ ਕ੍ਰੈਡਿਟ ਕਾਰਡ ਨੂੰ ਦੇ ਸਕਣ। ਸੋ ਸਰਕਾਰ ਲਈ ਇਹ ਬਹੁਤ ਇੰਪੋਰਟੈਂਟ ਚੀਜ਼ਾਂ ਸੀਗੀਆਂ। ਤੇ ਜਿਹੜਾ ਕਰਜ਼ੇ ਦੀ ਤੁਸੀਂ ਗੱਲ ਕੀਤੀ ਹੈ, ਕਰਜ਼ਾ ਇਸ ਵਕਤ ਇਜ਼ ਦ ਰਾਈਟ ਟਾਈਮ ਕਿ ਅਸੀਂ ਉਹ ਕਰਜ਼ਾ ਲੈ ਸਕੀਏ, ਕਿਉਂਕਿ ਜਿੱਦਾਂ ਮੈਂ ਗੱਲ ਕੀਤੀ ਕਿ ਇੰਟਰਸਟ ਰੇਟਸ ਇੰਨੇ ਲੋ ਨੇ। ਸਰਕਾਰ ਜਦੋਂ ਕਰਜ਼ਾ ਲੈਂਦੀ ਆ ਤੇ ਜਿਹੜਾ 20% ਕਰਜ਼ਾ ਉਸ ਬੈਂਕ ਆਫ ਕੈਨੇਡਾ ਤੋਂ ਅਸੀਂ ਲੈ ਰਹੇ ਹਾਂ, ਰਾਈਟ। ਤੇ ਦੂਸਰੀ ਗੱਲ ਹੈ, ਜਦੋਂ ਸਰਕਾਰ ਕਰਜ਼ਾ ਲੈਂਦੀ ਆ, ਉਹ ਬੌਂਡਸ ਇਸ਼ੂ ਕਰਦੀ ਆ, ਸਿਕਿਉਰਿਟੀਜ਼ ਇਸ਼ੂ ਕਰਦੀ ਹੈਗੀ ਆ, ਟ੍ਰੈਜਰੀ ਬਿਲਸ ਇਸ਼ੂ ਕਰਦੀ ਆ। ਤੇ ਅਸੀਂ ਫੋਰਚੂਨੇਟ ਇਸ ਕਰਕੇ ਕੈਨੇਡਾ ਦੇ ਵਿੱਚ ਜਿਹੜਾ 75% ਜਿਹੜਾ ਕਰਜ਼ਾ ਉਹ ਕੈਨੇਡੀਅਨ ਇੰਸਟੀਟਿਊਸ਼ਨਸ ਤੋਂ ਹੀ ਅਸੀਂ ਲਿਆ ਵਾ। ਜੇ ਕੱਲ ਨੂੰ ਫਲਕਚੁਏਸ਼ਨਸ ਹੋ ਜਾਂਦੀਆਂ ਇੰਟਰਸਟ ਰੇਟਸ ਦੇ ਵਿੱਚ ਜਾਂ ਫੋਰਨ ਕਰੰਸੀ ਦੇ ਵਿੱਚ, ਉਹਨਾਂ ਸਾਨੂੰ ਬੜਾ ਅਸਰ ਨਹੀਂ ਪੈਣਾ ਉਹਦਾ। ਤੇ ਇਹ ਜੇ ਅਸੀਂ ਅੱਜ ਦਾ ਲੈ ਲਈਏ ਤੇ ਅੱਜ ਜਿੱਦਾਂ ਮੈਂ ਗੱਲ ਕੀਤੀ 1.1% ਤੋਂ ਘੱਟ GDP ਦਾ ਅਸੀਂ ਪੇ ਕਰ ਰਹੇ ਹਾਂ ਇੰਟਰਸਟ, ਤੇ 1995 96 ਮਿਡ 90s ਦੀ ਗੱਲ ਕੀ 16% ਸੀਗਾ। ਅੱਜ ਸਾਡੀ ਫੈਡਰਲ ਸਰਕਾਰ ਐਵਰੀ ਈਅਰ ਆ ਸਾਲ ਕੰਪੇਅਰ ਟੂ 2019 $4 ਬਿਲੀਅਨ ਸੇਵ ਕਰ ਰਹੀ ਆ ਕਰਜ਼ੇ ਦੇ ਉੱਤੇ ਜਿਹੜਾ ਇੰਟਰਸਟ ਦੇਣ ਤੋਂ। ਸੋ ਸਰਕਾਰ ਨੇ ਵੀ ਇਹੀ ਕਿਹਾ ਕਿ ਜਿਹੜਾ ਅਸੀਂ ਕਰਜ਼ਾ ਲਿਆ, ਅਸੀਂ ਉਹਨੂੰ ਲੌਂਗ ਟਰਮ 30 ਈਅਰ ਬੌਂਡਸ ਦੇ ਵਿੱਚ ਜਿਹਨੂੰ ਲੌਕ ਅਪ ਕਰ ਦਿੱਤਾ ਵਾ ਕਿ ਕੱਲ ਨੂੰ ਇੰਟਰਸਟ ਜੇ ਵਰਲਡ ਦੇ ਵਿੱਚ ਫਲਕਚੁਏਸ਼ਨਸ ਆਉਂਦੀ ਆ, ਇਕਨੋਮੀ ਪਿਕਅਪ ਹੋ ਜਾਂਦੀ ਹੈ, ਇੰਟਰਸਟ ਰੇਟ ਵੱਧਦੇ ਆ, ਸੈਂਟਰਲ ਬੈਂਕਸ ਵਧਾ ਦਿੰਦੀਆਂ, ਉਹਦਾ ਬੜਾ ਅਸਰ ਕੈਨੇਡੀਅਨਸ ਦੇ ਉੱਤੇ ਨਹੀਂ ਪਊਗਾ। ਸੋ ਇਹ ਕਰਜ਼ਾ ਜਿਹੜਾ ਵਾ ਇੱਕ ਚੰਗਾ ਕਰਜ਼ਾ ਵਾ। ਇਹਨੂੰ ਜੇ ਠੀਕ ਹੈ, ਇਹਨੂੰ ਟਾਈਮ ਲੱਗੂਗਾ ਜੀ, ਪਰ ਟਾਈਮ ਲੱਗਣ ਦੇ ਤੁਹਾਡੇ ਮੁਤਾਬਿਕ ਜ਼ਰੂਰੀ ਹੈ, ਮਤਲਬ ਬਿਲਕੁਲ ਜ਼ਰੂਰੀ ਹੈ, ਕਿਉਂਕਿ ਇਸ ਤੋਂ ਬਿਨਾਂ ਜੇ ਗਵਰਨਮੈਂਟ ਨਾ ਕਰਦੀ ਤਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਕਨੋਮੀ ਦਾ ਬਾਟਮ ਆ, ਜੇ ਉਹ ਫੈਲ ਆਫ ਹੋ ਜਾਂਦਾ ਤਾਂ ਅਸੀਂ ਬਹੁਤ ਡੀਪ ਰਿਸੈਸ਼ਨ ਦੇ ਵਿੱਚ ਚਲੇ ਜਾਣਾ ਸੀਗਾ ਤੇ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਸੀਗਾ। ਖਾਸ ਕਰ ਅਲਬਰਟਾ ਦੇ ਵਿੱਚ ਅਸੀਂ ਲੈ ਲਈਏ ਕਿ ਜਿੱਥੇ ਜਿਹੜੀਆਂ ਕਮੋਡਿਟੀ ਪ੍ਰਾਈਸਿਸ ਆਇਲ ਐਂਡ ਗੈਸ ਦੀਆਂ ਉਹ ਇੰਨੀਆਂ ਥੱਲੇ ਡਿੱਗ ਚੁੱਕੀਆਂ ਨੇ। ਸਾਨੂੰ ਆਪਦੇ ਆਇਲ ਦਾ $10-15 ਮਿਲ ਰਹੇ ਨੇ, ਜਿਹਦੇ ਵਿੱਚ ਜਿਹੜੀਆਂ ਸਾਡੀਆਂ ਕੰਪਨੀਆਂ ਨਾਲ ਬ੍ਰੇਕ ਈਵਨ ਹੋ ਰਹੀਆਂ। ਸਾਨੂੰ ਬਹੁਤ ਟਾਈਮ ਲੱਗਣਾ ਸੀਗਾ ਇਸ ਦੇ ਵਿੱਚੋਂ ਨਿਕਲਣ ਦੇ ਲਈ। ਸੋ ਇਹ ਬਹੁਤ ਸਰਕਾਰ ਨੇ, ਜਿਹਨੂੰ ਅਸੀਂ ਕਹਿ ਸਕਦੇ ਹਾਂ, ਵਧੀਆ ਡਿਸੀਜਨ ਲਿਆ। ਤੇ ਇੱਕ ਗੱਲ ਹੋਰ ਆ ਕਿ ਜਿਹੜੀ ਸਰਕਾਰ ਦਾ ਐਂਕਰ ਹੈਗਾ ਸਿੱਧੂ ਸਾਹਿਬ, ਉਹ ਇਹ ਹੈਗਾ ਕਿ ਜਿਹੜੀ ਡੈਟ ਟੂ GDP ਰੇਸ਼ੋ G7 ਕੰਟਰੀਜ਼ ਦੇ ਵਿੱਚ ਇੰਨਾ ਕਰਜ਼ਾ ਲੈਣ ਦੇ ਬਾਵਜੂਦ ਵੀ ਸਾਡੀ ਜਿਹੜੀ ਡੈਟ ਟੂ GDP ਰੇਸ਼ੋ ਆ ਬੈਸਟ ਆ। 2021 ਦੇ ਵਿੱਚ ਪ੍ਰੋਜੈਕਸ਼ਨ ਹੈਗੀ ਹੈ ਕਿ 41% ਹੋਊ, ਵਿਚ ਇਜ਼ ਸਟਿਲ ਰੀਅਲੀ ਗੁੱਡ। ਤੇ ਇਹ ਇਸ ਕਰਕੇ ਸੰਭਵ ਹੋ ਸਕਿਆ ਕਿ ਪਿਛਲੇ 4-5 ਸਾਲਾਂ ਦੇ ਵਿੱਚ ਜਿਹੜੀ ਸਰਕਾਰ ਦੀ ਬੈਲੈਂਸ ਸ਼ੀਟ ਸੀਗੀ ਉਹ ਬਹੁਤ ਸਟਰੋਂਗ ਸੀਗੀ। ਸਾਡੀ ਬੈਲੈਂਸ ਸ਼ੀਟ ਦੇ ਉੱਤੇ ਐਸਿਡ ਜ਼ਿਆਦਾ ਸੀ ਤੇ ਲਾਇਬਿਲਿਟੀਜ਼ ਘੱਟ ਸੀਗੀਆਂ ਜੀ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਗੱਲਬਾਤ ਕੀਤੀ ਰਾਜ ਧਾਲੀਵਾਲ ਹੋਣਾ ਨਾਲ ਵੱਖ-ਵੱਖ ਟੌਪਿਕਸ ਦੇ ਉੱਤੇ। ਉਮੀਦ ਕਰਦੇ ਹਾਂ ਕਿ ਤੁਸੀਂ ਇਹ ਗੱਲਬਾਤ ਨੂੰ ਪਸੰਦ ਕੀਤਾ ਹੋਵੇਗਾ। ਧਾਲੀਵਾਲ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਤੇ ਵੱਖ-ਵੱਖ ਟੌਪਿਕਸ ਦੇ ਉੱਤੇ ਸਾਡੇ ਦਰਸ਼ਕਾਂ ਲਈ ਜਾਣਕਾਰੀ ਲੈ ਕੇ ਹਾਜ਼ਰ ਹੋਏ। ਜੀ ਥੈਂਕ ਯੂ ਫॉर ਹੈਵਿੰਗ, ਤੇ ਹੋਪਫੁਲੀ ਤੁਹਾਡੇ ਦੇਖਣ ਵਾਲਿਆਂ ਨੂੰ ਕੁਝ ਵੈਲਿਊਏਬਲ ਇਨਫੋਰਮੇਸ਼ਨ ਮਿਲੀ ਹੋਊਗੀ ਤੇ ਥੈਂਕ ਯੂ ਫॉर ਹੈਵਿੰਗ ਮੀ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ ਅਤੇ ਆਪਣੇ ਦਰਸ਼ਕਾਂ ਤੋਂ ਆਗਿਆ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ।
Thank you.